ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਦੀ ਕਥਾ ਵਾਰਤਾ ਚੱਲ ਰਹੀ ਹੈ। ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੇ 462 ਅੰਗ ਤੋਂ ਸ਼ੁਰੂ ਹੁੰਦੀ ਹੈ। ਇਹ 463 ਅੰਗ ਤੋਂ ਕਥਾ ਚੱਲ ਰਹੀ ਹੈ। ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੈਂ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜ਼ੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਹੇ ਪਰਮਾਤਮਾ, ਜਿਹੜੀ ਤੂੰ ਇਹ ਖੰਡ ਧਰਤੀਆਂ ਬਣਾਈਆਂ ਨੇ, ਧਰਤੀਆਂ ਦੇ ਟੁਕੜਿਆਂ ਨੂੰ ਖੰਡ ਗਏ ਨੇ, ਜੋ ਤੂੰ ਧਰਤੀਆਂ ਬਣਾਈਆਂ ਨੇ ਉਹ ਵੀ ਸੱਚੀ ਤੇਰੇ ਖੰਡ ਜਿਹੜੇ ਨੇ। ਹੁਣ ਜੇ 5 ਖੰਡ ਗਿਣੇ ਗਏ ਨੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਸੱਚ ਖੰਡ, ਇਹ ਤੇਰੇ ਖੰਡ ਵੀ ਸੱਚੇ ਨੇ। ਸੱਚੇ ਬ੍ਰਹਮੰਡ, ਜਿਹੜੇ ਤੇਰੇ ਬ੍ਰਹਮੰਡ ਨੇ ਉਹ ਵੀ ਸੱਚੇ ਨੇ। ਸੱਚੇ ਤੋਂ ਭਾਵ ਸਦਾ ਰਹਿਣ ਵਾਲੇ। ਪਰਮਾਤਮਾ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਇਸ ਲਈ ਉਹਦਾ ਬਣਾਇਆ ਹੋਇਆ ਵੀ ਸਭ ਕੁਝ ਸੱਚਾ ਹੈ। ਸੱਚੇ ਤੇਰੇ ਲੋ, ਇੱਕ ਦਾ ਸ਼ਬਦ ਲੋਹੇ, ਉਹ ਇੱਕ ਵਚਨ ਹੈ। ਲੋਹੇ ਦਾ ਬਹੁਵਚਨ ਹੈ ਲੋ, ਧਰਤੀਆਂ। ਲੋ ਦਾ ਅਰਥ ਲੋਕ ਵੀ ਹੈ। 3 ਲੋਕ ਗਿਣੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਤੇਰੇ ਜਿਹੜੇ ਲੋ ਨੇ, ਲੋਕ ਨੇ, ਇੱਥੇ ਲੋਕਾਂ ਤੋਂ ਮਤਲਬ ਪੀਪਲ ਨਹੀਂ ਸਮਝ ਲੈਣਾ। 3 ਲੋਕ, 3 ਭਵਨ ਗਿਣੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਸੋ ਤੇਰੇ ਜਿਹੜੇ ਲੋਕ ਨੇ ਉਹ ਵੀ ਸੱਚੇ। ਸੱਚੇ ਆਕਾਰ, ਅਤੇ ਜਿਹੜੇ ਤੂੰ ਆਕਾਰ ਬਣਾਏ ਨੇ, ਜੋ ਵੀ ਚੀਜ਼ ਦਿਸ ਰਹੀ ਉਹਦਾ ਕੋਈ ਆਕਾਰ ਹੈ, ਪਰ ਜੋ ਕੁਝ ਤੂੰ ਬਣਾਇਆ ਹੈ ਜਿਸ ਦਾ ਵੀ ਆਕਾਰ ਹੈ ਉਹ ਵੀ ਸੱਚਾ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਕਰਨੇ ਮੈਨੇ ਕੰਮ, ਤੇਰੇ ਕੰਮ ਵੀ ਸੱਚੇ, ਤੇਰੇ ਵਿਚਾਰ ਵੀ ਸੱਚੇ। ਸਾਡੇ ਵਿਚਾਰ ਤੇ ਝੂਠੇ ਵੀ ਹੋ ਸਕਦੇ ਨੇ, ਪਰਮਾਤਮਾ ਦੇ ਵਿਚਾਰ ਸੱਚੇ ਹਨ। ਉਹਦੇ ਵਿਚਾਰ ਸਦਾ ਰਹਿਣ ਵਾਲੇ ਹਨ, ਉਹਦੇ ਵਿਚਾਰ ਬਦਲਦੇ ਨਹੀਂ। ਸਾਡੇ ਵਿਚਾਰ ਤੇ ਬਦਲਦੇ ਰਹਿੰਦੇ ਨੇ, ਹੁਣ ਕੁਝ ਕੱਲ੍ਹ ਨੂੰ ਕੁਝ। ਜਵਾਨੀ 'ਚ ਹੋਰ ਵਿਚਾਰ ਹੁੰਦੇ ਨੇ, ਬੁਢਾਪੇ 'ਚ ਹੋਰ ਹੁੰਦੇ ਨੇ, ਬਚਪਨ 'ਚ ਹੋਰ ਹੁੰਦੇ ਨੇ। ਸਾਡੇ ਵਿਚਾਰ ਬਦਲਦੇ ਰਹਿੰਦੇ ਨੇ। ਪਰਮਾਤਮਾ ਦੇ ਵਿਚਾਰ ਸੱਚੇ ਨੇ, ਸਦਾ ਰਹਿਣ ਵਾਲੇ ਹਨ। ਇਸ ਲਈ ਬਾਣੀ ਜਿਹੜੀ ਹੈ ਪਰਮਾਤਮਾ ਦੇ ਵਿਚਾਰ ਨੇ। ਨਾ ਪਰਮਾਤਮਾ ਬਦਲੇ ਅਤੇ ਨਾ ਇਹ ਵਿਚਾਰ ਬਦਲਣ। ਜਿਹੜਾ ਆਪ ਬਦਲਦਾ ਹੈ ਉਹਦੇ ਹੀ ਵਿਚਾਰ ਬਦਲਦੇ ਨੇ। ਬਚਪਨ 'ਚ ਹੋਰ ਵਿਚਾਰ ਹੁੰਦੇ ਨੇ, ਜਵਾਨੀ 'ਚ ਕੁਦਰਤੀ ਗੱਲ ਹੋਰ ਵਿਚਾਰ ਹੁੰਦੇ ਨੇ, ਬੁਢਾਪੇ 'ਚ ਹੋਰ ਵਿਚਾਰ ਹੁੰਦੇ ਨੇ। ਬੁਢਾਪੇ ਦੀ ਆਦਤ ਹੁੰਦੀ ਸਿੱਖਿਆ ਦੇਣ ਦੀ। ਬੁੱਢਾ ਬੰਦਾ ਕਿਸੇ ਤੋਂ ਸਿੱਖਿਆ ਲੈਂਦਾ ਨਹੀਂ,
ਕਿਉਂਕਿ ਉਹ ਸਿੱਖਿਆ ਦਿੰਦਾ ਹੈ, ਉਹਨੂੰ ਸਿੱਖਿਆ ਦੇਣ ਦੀ ਆਦਤ ਪੈ ਗਈ ਹੈ। ਜੇ ਉਹਨੂੰ ਕੋਈ ਸਿੱਖਿਆ ਦੇਵੇ ਉਹ ਅੱਗੋਂ ਨਾਰਾਜ਼ ਹੁੰਦਾ ਹੈ। ਬੁੱਢਾ ਬੰਦਾ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ, ਜੇ ਕਿਤੇ ਬੱਚਾ ਲੱਗ ਜੇ ਸਿੱਖਿਆ ਦੇਣ ਹੈ ਉਹ ਫਿਰ ਨਾਰਾਜ਼ ਹੁੰਦਾ ਵੀ ਹੈ, ਚੱਲ ਚੱਲ ਕੱਲ੍ਹ ਦਾ ਜਵਾਕ ਹੈ, ਕਰਦਾ ਕੀ ਹੈ। ਬੁੱਢਾ ਕਦੇ ਸਿੱਖਿਆ ਲੈਣ ਲਈ ਤਿਆਰ ਨਹੀਂ ਹੁੰਦਾ। ਇਸ ਲਈ ਬੁੱਢੇ ਬੰਦੇ ਨੂੰ ਪਾਠ ਸਿਖਾਉਣਾ ਵੀ ਬੜਾ ਮੁਸ਼ਕਿਲ ਹੁੰਦਾ ਹੈ। ਹੁਣ ਬੜਾ ਮੁਸ਼ਕਿਲ ਹੈ, ਕਿਉਂ? ਉਹ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਨਹੀਂ ਹੁੰਦਾ। ਉਹਦੇ ਅੰਦਰ ਹਉਂ ਭਾਵ ਆ ਜਾਂਦਾ ਹੈ। ਜਦੋਂ ਹਉਂ ਭਾਵ ਹੁੰਦਾ ਹੈ ਉਦੋਂ ਮਨੁੱਖ ਬਦਲਿਆ ਨਹੀਂ ਕਰਦਾ। ਇਸ ਲਈ ਬੁੱਢੇ ਬੰਦੇ ਨੂੰ ਪਾਠ ਸਿਖਾਉਣਾ ਵੀ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਬੁੱਢੇ ਬੰਦੇ ਨੂੰ ਸਿੱਖਿਆ ਦੇਣੀ ਬੜੀ ਮੁਸ਼ਕਿਲ ਹੈ। ਉਹ ਸਿੱਖਿਆ ਲੈਂਦੇ ਹੀ ਨਹੀਂ ਕਿ ਚਲੋ ਚੱਲ ਤੈਨੂੰ ਬਹੁਤ ਪਤਾ ਹੈ, ਮੈਂ ਸਿਰ ਦੇ ਵਾਲ ਧੋਪੇ ਥੋੜ੍ਹੇ ਚਿੱਟੇ ਕੀਤੇ ਨੇ। ਉਹ ਸਮਝਦੇ ਨੇ ਪਤਾ ਨਹੀਂ ਉਮਰ ਨਾਲ ਬੰਦਾ ਸਿਆਣਾ ਹੋ ਜਾਂਦਾ। ਉਮਰ ਨਾਲ ਨਹੀਂ ਸਿਆਣਾ ਹੁੰਦਾ ਬੰਦਾ, ਐਵੇਂ ਭੁਲੇਖਾ ਹੈ ਬੰਦੇ ਨੂੰ ਉਮਰ ਨਾਲ ਸਿਆਣਾ ਹੁੰਦਾ। ਬਾਬਾ ਬੁੱਢਾ ਜੀ ਕੁੱਲ 14 ਸਾਲ ਦੇ ਨੇ। ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ, ਡੰਗਰ ਚਾਰ ਰਹੇ ਸਨ ਬਾਬਾ ਬੁੱਢਾ ਜੀ। ਉਹਦਾ ਪਹਿਲਾਂ ਉਹਨਾਂ ਦਾ ਨਾਮ ਸੀ ਬੂੜਾ, ਉਹਨਾਂ ਦਾ ਨਾਮ ਸੀ ਮਾਤਾ ਪਿਤਾ ਰੱਖਿਆ ਬੂੜਾ। ਉਹਨੇ ਵੇਖਿਆ ਉਹ ਦੋ ਸਾਧੂ ਨੇ ਕੋਈ ਬੈਠੇ, ਉਹਨੇ ਧਾਰ ਚੋਈ ਅਤੇ ਦੁੱਧ ਲੈ ਕੇ ਗੁਰੂ ਮਹਾਰਾਜ ਕੋਲ ਆ ਗਿਆ, ਦੁੱਧ ਛਕੋ ਜੀ। ਗੱਲਾਂ ਬਾਤਾਂ ਲੱਗੇ ਕਰਨ। ਗੱਲਾਂ ਬਾਤਾਂ ਵਿੱਚ ਬੂੜੇ ਨੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਾਕਾ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ। ਉੱਥੋਂ ਫਿਰ ਉਹਨਾਂ ਦਾ ਨਾਂ ਬੁੱਢਾ, ਬਾਅਦ 'ਚ ਬਾਬਾ ਬੁੱਢਾ ਪੈ ਗਿਆ। ਇੱਕ ਬੱਚਾ ਵੀ ਬੁੱਢਿਆਂ ਵਾਲੀਆਂ ਗੱਲਾਂ ਕਰ ਸਕਦਾ ਅਤੇ ਕਈ ਬੁੱਢਿਆਂ ਨੂੰ ਮੈਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਵੇਖਿਆ ਹੈ। ਹੁਣ ਜੀ ਬੁੱਢੇ ਨੇ, ਹੁਣ ਜਿਹੜੀ ਅਕਲ ਹੈ ਉਹ ਬੱਚਿਆਂ ਵਰਗੀ ਹੈ ਬਸ, ਅਤੇ ਕਈ ਬੱਚੇ ਹੁੰਦੇ ਨੇ ਉਹਨਾਂ ਦੀ ਅਕਲ ਬੁੱਢਿਆਂ ਵਾਲੀ ਹੁੰਦੀ ਹੈ। ਇਸ ਦੀ ਬੜੀ ਵੱਡੀ ਸਮੱਸਿਆ ਇਹ ਹੈ ਕਿ ਬੁੱਢਾ ਬੰਦਾ ਸਿੱਖਿਆ ਲੈਣ ਲਈ ਤਿਆਰ ਹੀ ਨਹੀਂ ਹੁੰਦਾ। ਉਹਨੂੰ ਹੁੰਦਾ ਲੈ ਮੈਂ 70 ਸਾਲ ਦਾ 80 ਸਾਲ ਦਾ, ਇਹ ਮੈਨੂੰ ਕੀ ਸਿੱਖਿਆ ਦੇਵੇਗਾ। ਉਹਨੂੰ ਇਹ ਗਿਆਨ ਨਹੀਂ ਕਿ ਉਮਰ ਨਾਲ ਅਕਲ ਨਹੀਂ ਆਇਆ ਕਰਦੀ, ਉਮਰ ਨਾਲ ਸਿਆਣਪ ਨਹੀਂ ਆਇਆ ਕਰਦੀ। ਸਿਆਣਪ ਤਾਂ ਸਿੱਖਣੀ ਪੈਂਦੀ ਹੈ। ਸਿਆਣਪ ਆਪਣੇ ਆਪ ਨਹੀਂ ਆਇਆ ਕਰਦੀ। ਸਿਆਣੇ ਹੋਣ ਲਈ ਸਿਆਣੇ ਬੰਦਿਆਂ ਦੀ ਸੰਗਤ ਕਰਨੀ ਪੈਂਦੀ ਹੈ। ਸਿਆਣੇ ਬੰਦਿਆਂ ਦੀ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ। ਅਤੇ ਜੇ ਬਹੁਤ ਪੂਰੀ ਸਿਆਣਪ ਚਾਹੀਦੀ ਹੈ, ਤੁਸੀਂ ਵਾਕਈ ਸਿਆਣੇ ਹੋਣਾ ਚਾਹੁੰਦੇ ਹੋ, ਫਿਰ ਗੁਰਬਾਣੀ ਤੁਹਾਨੂੰ ਸਿਆਣਾ ਕਰੇ, ਕਿ ਗੁਰੂ ਤੋਂ ਉੱਪਰ ਸਿਆਣਾ ਕੋਈ ਨਹੀਂ ਹੁੰਦਾ। ਇਸ ਲਈ ਪਰਮਾਤਮਾ ਜਿਹੜੇ ਵਿਚਾਰ ਨੇ ਨਾ ਉਹ ਵੀ ਸੱਚੇ, ਉਹਦੇ ਵਿਚਾਰ ਬਦਲਦੇ ਨਹੀਂ ਹੈਗੇ, ਸਾਡੇ ਵਿਚਾਰ ਬਦਲਦੇ ਰਹਿੰਦੇ ਹਨ। ਸੱਚਾ ਤੇਰਾ ਅਮਰ, ਅਮਰ ਜਿਹੜਾ ਰਾਜ ਨੂੰ ਕਹਿੰਦੇ ਨੇ, ਅਮਰ ਹੁਕਮ ਵੀ ਹੁੰਦਾ, ਅਮਰ ਮੈਨੇ ਹੁਕਮ ਵੀ ਹੁੰਦਾ। ਇੱਥੇ ਰਾਜ ਤੋਂ ਮਤਲਬ ਹੈ ਤੇਰਾ ਰਾਜ ਵੀ ਸਦਾ ਰਹਿਣ ਵਾਲਾ ਹੈ। ਇਹ ਨਹੀਂ ਕਿ ਅੱਜ ਪਰਮਾਤਮਾ ਸੱਚਖੰਡ 'ਚ ਬੈਠਾ ਅਤੇ ਕੱਲ੍ਹ ਨੂੰ ਕੋਈ ਉਸ ਤੋਂ ਤਗੜਾ ਨੂੰ ਕੱਢ ਦੇਗਾ, ਉੱਥੋਂ ਨਿਕਲੇ ਤੋਂ ਮੈਂ ਤੇਰੀ ਗੱਦੀ 'ਤੇ ਬਹਿਣਾ, ਨਹੀਂ। ਉਹਦਾ ਰਾਜ ਸਦਾ ਰਹਿਣ ਵਾਲਾ ਹੈ। ਸੱਚਾ ਦੀਵਾਨ, ਤੇਰਾ ਜਿਹੜਾ ਦਰਬਾਰ ਹੈ, ਕਚਹਿਰੀ ਹੈ, ਉਹ ਵੀ ਸੱਚੀ, ਉਹ ਆਪ ਸੱਚਾ ਹੈ। ਦੀਵਾਨ ਮੈਨੇ ਦਰਬਾਰ, ਉਹਦਾ ਦਰਬਾਰ ਵੀ ਸੱਚਾ ਹੈ, ਜਿੱਥੇ ਫੈਸਲੇ ਹੁੰਦੇ ਨੇ। ਇਹ ਸੰਸਾਰਕ ਦਰਬਾਰ 'ਤੇ ਝੂਠੇ ਹੋ ਜਾਂਦੇ ਕਈ ਵਾਰੀ। ਵਕੀਲ ਝੂਠ ਬੋਲ ਬੋਲ ਕੇ ਕਈ ਵਾਰੀ ਕਾਤਲ ਨੂੰ ਵੀ ਬਰੀ ਕਰਾਉਂਦਾ ਹੈ। ਧਰਤੀ ਦੇ ਜਿਹੜੇ ਦਰਬਾਰ ਨੇ ਇਹ ਝੂਠੇ ਹੁੰਦੇ ਨੇ। ਪਰਮਾਤਮਾ ਜਿਹੜਾ ਉਹਦਾ ਰਾਜ ਵੀ ਸੱਚਾ, ਉਹਦਾ ਦਰਬਾਰ ਵੀ ਸੱਚਾ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਤੇਰਾ ਹੁਕਮ ਵੀ ਸੱਚਾ। ਫੁਰਮਾਨ ਹੁੰਦਾ ਰਿਟਨ ਹੁਕਮ, ਲਿਖਤੀ ਹੁਕਮ। ਕਈ ਵਾਰੀ ਰਾਜੇ ਪਹਿਲਾਂ ਹੁਕਮ ਕਰਿਆ ਕਰਦੇ ਸਨ, ਕਾਗਜ਼ 'ਤੇ ਕੱਪੜੇ 'ਤੇ ਲਿਖਿਆ ਕਰਦੇ ਸਨ।
ਫਿਰ ਉਹ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ ਵੀ ਰਾਜੇ ਦਾ ਆਹ ਹੁਕਮ ਹੈ। ਉਹਨੂੰ ਫਰਮਾਨ ਕਹਿੰਦੇ ਸੀ। ਕਈ ਵਾਰੀ ਢੋਲ ਵਜਾ ਕੇ ਲੋਕਾਂ ਨੂੰ ਦੱਸਿਆ ਜਾਂਦਾ ਸੀ, ਸੁਣੋ ਸੁਣੋ ਸੁਣੋ, ਸਾਰੇ ਸੁਣਦੇ ਵੀ ਰਾਜੇ ਨੇ ਆਹ ਕਿਹਾ, ਉਹ ਫਰਮਾਨ ਹੈ, ਜਿਹਨੂੰ ਆ ਹੁਕਮਨਾਮਾ ਵੀ ਕਹਿੰਦੇ ਨੇ। ਹੁਕਮਨਾਮਾ ਆਪਾਂ ਜਦੋਂ ਲੈਂਦੇ ਵਾਕ ਜੀ, ਵਾਕ ਲਓ ਜੀ, ਪ੍ਰਕਾਸ਼ ਕੀਤਾ ਵਾਕ ਲੈਣਾ, ਉਹ ਹੈ ਹੁਕਮਨਾਮਾ। ਬਈ ਗੁਰੂ ਮਹਾਰਾਜ ਜੋ ਕਿਹਾ ਹੁਕਮ ਹੈ ਅਤੇ ਸਿੱਖ ਨੂੰ ਉਸ ਨੂੰ ਮੰਨਣਾ। ਜੇ ਸਿੱਖ ਹੁਕਮ ਨੂੰ ਸਿਰ ਪੜ੍ਹ ਲੈਂਦਾ ਹੈ, ਬਹੁਤੇ ਸਾਰੇ ਲੋਕ ਗੁਰਦੁਆਰੇ ਜਾਂਦੇ ਨੇ ਅਤੇ ਹੁਕਮਨਾਮਾ ਸਿਰ ਪੜ੍ਹਦੇ ਨੇ, ਮੰਨਦਾ ਮੁੰਦਾ ਕੋਈ ਨਹੀਂ ਹੈਗਾ। ਜੇ ਮੰਨਣ ਲੱਗ ਜਾਣ ਫਿਰ ਤਾਂ ਬਾਤਾਂ ਹੀ ਹੋਰ ਨੇ। ਫਿਰ ਤਾਂ ਰੋਜ਼ ਰੋਜ਼ ਹੁਕਮਨਾਮਾ ਪੜ੍ਹਨ ਦੀ ਲੋੜ ਹੀ ਨਹੀਂ, ਫਿਰ ਤਾਂ ਰੋਜ਼ ਰੋਜ਼ ਪੜ੍ਹਨ ਦੀ ਲੋੜ ਹੀ ਨਹੀਂ ਹੁੰਦੀ। ਹੁਕਮਨਾਮਾ ਹੁਕਮ ਮੰਨਣਾ ਹੈ। ਇਤਿਹਾਸ 'ਚ ਆਉਂਦਾ ਹੈ, ਪੰਜੇ ਪਾਂਡਵ ਆਪਣੇ ਟੀਚਰ ਕੋਲ ਪੜ੍ਹਨ ਜਾਂਦੇ, ਉਹਦੇ ਗੁਰੂ ਕਹਿੰਦੇ ਸੀ ਟੀਚਰ, ਗੁਰੂ ਕੋਲ ਪੜ੍ਹਨ ਜਾਂਦੇ। ਸਭ ਤੋਂ ਵੱਡਾ ਯੁਧਿਸ਼ਟਰ ਹੈ, ਜਿਹਨੂੰ ਇਤਿਹਾਸ ਧਰਮ ਪੁੱਤਰ ਲਿਖਿਆ ਹੋਇਆ। ਪਹਿਲਾ ਲੈਸਨ ਸੀ ਕ੍ਰੋਧ ਵਿੱਚ ਨਾ ਆਓ। ਟੀਚਰ ਨੇ ਉਹ ਲੈਸਨ ਪੜ੍ਹਾ ਦਿੱਤਾ ਹੈ। ਕਹਿੰਦੇ ਕੱਲ੍ਹ ਨੂੰ ਯਾਦ ਕਰਕੇ ਆਇਓ। ਪੰਜਾਂ ਭਰਾਵਾਂ 'ਚ 4 ਛੋਟੇ ਭਰਾਵਾਂ ਨੇ ਸੁਣਾ ਦਿੱਤਾ ਹੈ ਰਟਾ ਲਾ ਕੇ। ਸਭ ਤੋਂ ਵੱਡਾ ਜਿਹੜਾ ਯੁਧਿਸ਼ਟਰ ਕਹਿੰਦਾ ਜੀ ਮੈਨੂੰ ਯਾਦ ਨਹੀਂ ਹੋਇਆ। ਟੀਚਰ ਥੋੜ੍ਹਾ ਨਾਰਾਜ਼ ਹੋਇਆ ਕਿ ਤੂੰ ਵੱਡਾ ਹੈ ਅਤੇ ਤੈਨੂੰ ਯਾਦ ਨਹੀਂ ਹੋਇਆ, ਛੋਟਿਆਂ ਨੂੰ ਯਾਦ ਹੋ ਗਿਆ ਹੈ। ਕਹਿੰਦਾ ਨਹੀਂ ਜੀ ਯਾਦ ਨਹੀਂ ਹੋਇਆ। ਟੀਚਰ ਨੇ ਫਿਰ ਪੜ੍ਹਾਤਾ ਹੈ। ਅਗਲੇ ਦਿਨ ਫਿਰ 4 ਨੇ ਸੁਣਾਤਾ, ਪਰ ਵੱਡਾ ਕਹਿੰਦਾ ਜੀ ਯਾਦ ਨਹੀਂ ਹੋਇਆ। ਟੀਚਰ ਨਾਰਾਜ਼ ਹੋਇਆ ਕਿ ਤੂੰ ਯਾਦ ਕਿਹੜੀ ਕਰਕੇ ਆਇਆ। ਉਹਨੇ ਫਿਰ ਪੜ੍ਹਾਤਾ। ਅਗਲੇ ਦੇ ਵੱਡਾ ਭਰਾ ਫਿਰ ਕਹਿੰਦਾ ਜੀ ਮੈਨੂੰ ਯਾਦ ਨਹੀਂ ਹੋਇਆ। ਟੀਚਰ ਨੂੰ ਚੜ੍ਹਿਆ ਗੁੱਸਾ, 2 ਮਾਰੇ ਰਖੜੇ। ਕਹਿੰਦਾ ਜੀ ਹੁਣ ਯਾਦ ਹੋ ਗਿਆ ਹੈ। ਕਹਿੰਦਾ ਅੱਛਾ ਕੁੱਟ ਖਾ ਕੇ ਯਾਦ ਹੋਇਆ। ਕਹਿੰਦੇ ਨਹੀਂ ਜੀ, ਤੁਸੀਂ ਕਿਹਾ ਸੀ ਕ੍ਰੋਧ ਨਾ ਕਰੋ, ਤੁਸੀਂ ਕ੍ਰੋਧ 'ਚ ਆ ਗਏ ਹੋ ਅਤੇ ਮੈਨੂੰ ਥੱਪੜ ਮਾਰੇ ਨੇ, ਪਰ ਮੈਨੂੰ ਕ੍ਰੋਧ ਨਹੀਂ ਆਇਆ, ਇਸ ਲਈ ਮੈਨੂੰ ਅੱਜ ਪਾਠ ਯਾਦ ਹੋ ਗਿਆ ਹੈ। ਹੈ ਨਾ ਫਰਕ। ਫਿਰ ਇਹ ਹੈ ਪਾਠ ਯਾਦ ਹੋਣਾ, ਇਹ ਹੈ ਹੁਕਮਨਾਮੇ ਨੂੰ ਮੰਨਣਾ। ਅਸੀਂ ਹੁਕਮਨਾਮਾ ਪੜ੍ਹ ਕੇ ਖੁਸ਼ ਹੋ ਜਾਂਦੇ ਵੀ ਹਾਂ ਜੀ ਮੈਂ ਹੁਕਮਨਾਮਾ ਪੜ੍ਹ ਆਈ ਹਾਂ ਜਾਂ ਪੜ੍ਹ ਲਿਆ ਹੈ। ਪੜ੍ਹਨਾ ਚੰਗੀ ਗੱਲ ਹੈ, ਪੜ੍ਹਨ ਦਾ ਆਪਣਾ ਲਾਭ ਹੈ, ਪਰ ਇਹਨੂੰ ਹੁਕਮਨਾਮਾ ਕਹਿੰਦੇ ਨੇ, ਇਹਨੂੰ ਬੇਨਤੀਨਾਮਾ ਨਹੀਂ ਕਹਿੰਦੇ, ਹੁਕਮਨਾਮਾ ਕਹਿੰਦੇ। ਅਤੇ ਹੁਕਮ ਮੰਨਣ ਲਈ ਹੁੰਦਾ, ਹੁਕਮ ਨਿਰਾ ਸੁਣਨ ਲਈ ਨਹੀਂ ਹੁੰਦਾ। ਸਰਕਾਰ ਨੇ ਹੁਕਮ ਦਿੱਤਾ ਕਿ ਰਾਤ ਨੂੰ ਕਰਫਿਊ ਲੱਗੇਗਾ, ਜਿਹੜਾ ਬਾਹਰ ਨਿਕਲੇਗਾ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਉਹਨੂੰ ਫੜ ਲਿਆ ਜਾਵੇਗਾ। ਅਤੇ ਜੇ ਮੈਂ ਫਿਰ ਵੀ ਬਾਹਰ ਜਾਂਦਾ ਅਤੇ ਫਿਰ ਮੈਨੂੰ ਫੜ ਲੈਂਦੇ ਨੇ, ਅਤੇ ਫਿਰ ਮੈਂ ਕੀ ਕਰਾਂ? ਕਿ ਮੈਂ ਹੁਕਮ ਨਹੀਂ ਮੰਨਿਆ? ਹੁਕਮ ਹੈ ਨਾ, ਹੁਕਮ ਮੰਨਣ ਲਈ ਹੁੰਦਾ, ਨਿਰਾ ਸੁਣਨ ਲਈ ਨਹੀਂ ਹੁੰਦਾ। ਇਸ ਲਈ ਪਰਮਾਤਮਾ ਜਿਹੜਾ ਫਰਮਾਨ ਹੈ, ਉਹ ਜਿਹੜਾ ਹੁਕਮ ਹੈ, ਉਹ ਜਿਹੜਾ ਲਿਖਤੀ ਹੁਕਮ ਹੈ, ਫਰਮਾਨ ਦਾ ਲਿਖਤੀ ਹੁਕਮ, ਉਹ ਵੀ ਸੱਚਾ। ਉਹਦਾ ਮੂੰਹ ਜ਼ਬਾਨੀ ਹੁਕਮ ਉਹ ਵੀ ਸੱਚਾ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਕਰਮ ਮੰਮੇ ਨੂੰ ਔਂਕੜ ਲਾਇਆ ਹੋਇਆ ਹੈ, ਪੁਲਿੰਗ ਬਣਾਇਆ ਅਤੇ ਇੱਕ ਵਚਨ ਹੈ। ਜਦੋਂ ਆਪਾਂ ਇਹਦਾ ਅਰਥ ਕਰਦੇ ਕਹਿੰਦੇ ਬਖਸ਼ਿਸ਼, ਹਾਲਾਂ ਕਹਿੰਦੇ ਵੀ ਕਰਮ ਮੰਮੇ ਨੂੰ ਔਂਕੜ ਲੱਗਾ, ਇਹ ਪੁਲਿੰਗ ਹੈ ਅਤੇ ਅਰਥ ਇਸਤਰੀਲਿੰਗ ਕਰਦੇ ਨੇ। ਕਰਮ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ 'ਚ ਇਸ ਨੂੰ ਫਜ਼ਲ ਕਹਿੰਦੇ ਨੇ। ਫਫਾ ਜ਼ਜ਼ਾ ਲੱਲਾ। ਕਈਆਂ ਤਾਂ ਅੱਜ ਕੱਲ੍ਹ ਬੋਲਣ ਨਹੀਂ ਹੋ ਕੇ ਫੱਫੇ ਦੇ ਪੈਰ 'ਚ ਬਿੰਦੀ, ਜੱਜੇ ਦੇ ਪੈਰ 'ਚ ਬਿੰਦੀ, ਐਂ ਕਹਿੰਦੇ ਨੇ।
ਉੱਥੇ ਲਿਖਿਆ ਸ਼ਸ਼ਾ ਖਖਾ ਗਗਾ ਜ਼ਜ਼ਾ ਫਫਾ। ਅੜਾੜੇ ਤੋਂ ਬਾਅਦ ਲਿਖੇ ਹੁੰਦੇ ਨਾ, ਊੜੇ ਤੋਂ ਲੈ ਕੇ ਅੜਾੜੇ ਤੱਕ 35 ਅੱਖਰ ਨੇ। ਉਦੋਂ ਅੱਗੇ ਜਿਹੜਾ ਕਾਇਦਾ ਹੁੰਦਾ ਉਹ 'ਚ ਲਿਖਦੇ ਸ਼ਸ਼ਾ ਖਖਾ ਗਗਾ ਜ਼ਜ਼ਾ ਫਫਾ। ਉਹ ਟੀਚਰ ਹੀ ਕਹਿੰਦਾ ਸੱਸੇ ਦੇ ਪੈਰ 'ਚ ਬਿੰਦੀ, ਫੱਫੇ ਦੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ, ਜੱਜੇ ਦੇ ਪੈਰ 'ਚ ਬਿੰਦੀ। ਦੱਸ ਲੈ, ਉਹਦਾ ਉਚਾਰਨ ਨਹੀਂ ਕਰਦੇ। ਸੱਸੇ ਦੇ ਪੈਰ 'ਚ ਬਿੰਦੀ ਨਾਲ ਨਹੀਂ ਚੱਲੇਗਾ ਕੰਮ, ਉਹਦਾ ਉਚਾਰਨ ਕਰਨਾ। ਹਿੰਦੀ ਵਾਲੇ ਉਦੋਂ ਵੀ ਵਧੀਆ ਨੇ, ਉਹ ਜੇ ਉਹਨਾਂ ਕੋਲ ਇਹਦਾ ਉਚਾਰਨ ਕਰਕੇ ਉਹ ਕਹਿੰਦੇ ਸ਼ ਖ ਗ ਜ਼ ਫ। ਆਪਾਂ ਕਹਿੰਦੇ ਸ਼ਸ਼ਾ ਖਖ ਗਗਾ ਜ਼ਜ਼ਾ ਫਫ। ਜ਼ਜ਼ਾ ਹੁਣ ਜ਼ੋਰ ਲਿਖਣਾ, ਫਿਰ ਜੱਜਾ ਨਹੀਂ ਪਏਗਾ, ਜ਼ਜ਼ਾ ਪਏਗਾ, ਤਾਂ ਹੀ ਜ਼ੋਰ ਹੋਏਗਾ। ਇਸ ਤਰ੍ਹਾਂ ਹੀ ਲੱਲਾ ਹੈ, ਲੱਲੇ ਦੇ ਪੈਰ 'ਚ ਬਿੰਦੀ ਚੱਲ ਪਈ ਲ। ਜਿਵੇਂ ਇੱਕ ਹੈ ਕੇਲਾ, ਉਦੋਂ ਲਿਖਿਆ ਕੱਕੇ ਨੂੰ ਲਾਂ, ਲੱਲੇ ਨੂੰ ਕਰਨਾ ਕੇਲਾ। ਗੋਲਾ, ਗੱਗੇ ਨੂੰ ਹੋੜਾ, ਲੱਲੇ ਨੂੰ ਕਰਨਾ ਗੋਲਾ। ਗੋਲਾ, ਉਹਦੇ ਲੱਲੇ ਦੇ ਪੈਰ 'ਚ ਬਿੰਦੀ ਲਾਵਾਂਗੇ, ਗੋਲਾ। ਹਲ, ਉਹਦਾ ਚਾੜ੍ਹ ਹਲ ਗੋਲਾ। ਇਸ ਤਰ੍ਹਾਂ ਕਰਮ ਹੈ, ਕਰਮ ਪਲਿੰਗ ਹੈ, ਇਹਨੂੰ ਕਹਿੰਦੇ ਫਜ਼ਲ। ਹੁਣ ਫਜ਼ਲ ਵੀ ਫਾਰਸੀ ਦਾ ਸ਼ਬਦ ਹੈ। ਮੈਂ ਕਹਿੰਦੀ ਕਰਮ ਮੈਨੇ ਹੁੰਦਾ ਫਜ਼ਲ, ਅਤੇ ਤੁਸੀਂ ਅੱਗੋਂ ਪੁੱਛੋ ਜੀ ਫਜ਼ਲ ਕੀ ਹੁੰਦਾ? ਇਸ ਲਈ ਫਿਰ ਸਿੱਧਾ ਕਹਿੰਦੇ ਬਖਸ਼ਿਸ਼, ਵੀ ਪਰਮਾਤਮਾ ਦੀ ਬਖਸ਼ਿਸ਼ ਕਰਮ। ਸੱਚਾ ਤੇਰਾ ਕਰਮ, ਤੇਰੀ ਬਖਸ਼ਿਸ਼ ਵੀ ਸੱਚੀ, ਸੱਚਾ ਨਿਸ਼ਾਨ, ਅਤੇ ਜਿਹੜੇ ਬਖਸ਼ਿਸ਼ ਦਾ ਨਿਸ਼ਾਨ ਹੈ ਉਹ ਵੀ ਸੱਚਾ, ਉਹ ਵੀ ਸਦਾ ਰਹਿਣ ਵਾਲਾ। ਪਰਮਾਤਮਾ ਦੀ ਬਖਸ਼ਿਸ਼ ਇਹ ਨਹੀਂ ਕਿ ਅੱਜ ਹੋਈ ਅਤੇ ਕੱਲ੍ਹ ਨੂੰ ਨਹੀਂ ਹੋਣੀ। ਜਿਸ 'ਤੇ ਪਰਮਾਤਮਾ ਨੇ ਬਖਸ਼ਿਸ਼ ਕਰਤੀ ਬਸ ਕਰਤੀ। ਜਿਹਨੂੰ ਕੋਈ ਸਿੱਧੀ ਦੇਤੀ ਬਸ ਦੇਤੀ। ਇਹ ਨਹੀਂ ਵੀ ਕੱਲ੍ਹ ਨੂੰ ਵਾਪਸ ਲੈ ਲਏਗਾ ਸਿੱਧੀ, ਵੀ ਤੈਨੂੰ 5 ਦਿਨ ਲਈ ਦਿੱਤੀ, ਨਹੀਂ। ਜਿਹੜੀ ਉਹਦੀ ਬਖਸ਼ਿਸ਼ ਹੈ ਉਹ ਵੀ ਸਦਾ ਰਹਿਣ ਵਾਲੀ ਹੈ, ਅਤੇ ਬਖਸ਼ਿਸ਼ ਦਾ ਜਿਹੜਾ ਚਿੰਨ੍ਹ ਹੈ, ਨਿਸ਼ਾਨ ਹੈ, ਉਹ ਵੀ ਸਦਾ ਰਹਿਣ ਵਾਲਾ ਹੈ। ਸੱਚੇ ਤੁਧ ਆਖੈਂ ਲੱਖ ਕਰੋੜ, ਜਿਹੜੇ ਤੈਨੂੰ ਲੱਖਾਂ ਕਰੋੜਾਂ ਤੇਰਾ ਨਾਮ ਜਪਦੇ ਨਾ, ਉਹ ਵੀ ਸੱਚੇ। ਤੂੰ ਤਾਂ ਸੱਚਾ ਹੈ ਹੀ, ਜਿਹੜੇ ਲੱਖਾਂ ਕਰੋੜਾਂ ਤੇਰਾ ਨਾਮ ਜਪਦੇ ਨੇ ਉਹ ਵੀ ਸੱਚੇ। ਸੱਚਾ ਸਭ ਤਾਣ, ਹੁਣ ਧਿਆਨ ਦੇਣਾ, ਇਹ ਤਾਂ ਸੱਚੇ ਨਹੀਂ ਹੈ, ਇਹ ਤਾਂ ਸੱਚਾ ਹੈ। ਸੱਚਾ ਸਭ ਤਾਣ, ਸੱਚਾ ਸਭ ਜ਼ੋਰ। ਸੱਚਾ ਉਸ ਪਰਮਾਤਮਾ ਦਾ, ਸਭ ਦੇ ਕੋਲ ਜੋ ਤਾਕਤ ਹੈ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ। ਹੁਣ ਇੱਕ ਬੰਦਾ ਪਹਿਲਵਾਨ ਹੈ, ਉਹ ਪਹਿਲਵਾਨ ਜਿਹੜਾ ਹੈ, ਪਹਿਲਵਾਨੀ ਦੀ ਜਿਹੜੀ ਦਾਤ ਹੈ ਉਹ ਪਰਮਾਤਮਾ ਦੀ ਦਿੱਤੀ ਹੋਈ ਹੈ। ਕੋਈ ਪਲੇਅਰ ਹੈ, ਖਿਡਾਰੀ ਹੈ, ਇਹ ਉਹਦੀ ਦਾਤ ਹੈ। ਇੱਕ ਬੱਚਾ ਪੜ੍ਹਾਈ ਬੜਾ ਹੁਸ਼ਿਆਰ ਹੈ, ਇਹ ਪਰਮਾਤਮਾ ਦੀ ਦਾਤ ਹੈ, ਉਹਨੇ ਦਿਮਾਗ ਬਹੁਤ ਦਿੱਤਾ ਹੈ। ਇੱਕ ਬੱਚਾ ਮਿਹਨਤੀ ਬਹੁਤ ਹੈ, ਇਹ ਵੀ ਪਰਮਾਤਮਾ ਦੀ ਦਾਤ ਹੈ। ਜੋ ਮਿਹਨਤ ਦੀ ਦਾਤ ਨਹੀਂ ਦਿੰਦਾ, ਇਹ ਬੱਚੇ ਨੇ ਮਿਹਨਤ ਕੋਈ ਨਹੀਂ ਸੀ ਕਰਨੀ, ਅਵਾਰਾਗਰਦ ਹੋਣਾ ਸੀ, ਇਹਨੇ ਅਵਾਰਾਗਰਦ ਹੋ ਜਾਣਾ ਸੀ। ਇਹ ਦਾਤਾਂ ਹੁੰਦੀਆਂ। ਸੋ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਸੱਚੇ, ਜਿਹੜੇ ਤਾਕਤਵਰ ਨੇ ਉਹ ਵੀ ਉਹਨਾਂ ਸਭ ਨੂੰ ਪਰਮਾਤਮਾ ਤੋਂ ਹੀ ਤਾਕਤ ਮਿਲਦੀ। ਸੱਚਾ ਹੈ ਪਰਮਾਤਮਾ ਤੋਂ ਸਭ ਤਾਣ, ਸਾਰੀ ਤਾਕਤ ਪਰਮਾਤਮਾ ਤੋਂ ਮਿਲਦੀ ਹੈ। ਸੱਚਾ ਹੈ ਸਭ ਜ਼ੋਰ, ਇਹ ਪਰਮਾਤਮਾ ਸਾਰੇ ਤੇਰਾ ਦਿੱਤਾ ਹੋਇਆ ਹੀ ਜ਼ੋਰ ਹੈ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਤੇਰੀ ਸਿਫਤ ਵੀ ਸੱਚੀ ਅਤੇ ਤੇਰੀ ਸਲਾਹ ਵੀ ਸੱਚੀ। ਕਈ ਵਾਰ ਆਪਾਂ ਇਕੱਠਾ ਕਰੇ ਸਿਫਤ ਸਲਾਹ ਕਰੋ ਜੀ। ਸਲਾਹ ਇੱਕ ਤਾਂ ਸਲਾਹ ਹੁੰਦੀ, ਤੇਰੀ ਕੀ ਸਲਾਹ ਹੈ ਵੀ, ਜਾਂ ਮੈਨੂੰ ਸਲਾਹ ਦੇਂ ਯਾਰ, ਮੈਨੂੰ ਪਤਾ ਨਹੀਂ ਇਹ ਕਰਾਂ ਕਿ ਨਾ ਕਰਾਂ। ਇੱਕ ਤਾਂ ਸਲਾਹ ਹੁੰਦੀ ਹੈ ਸੁਜੈਸ਼ਨ, ਦੂਜਾ ਸਲਾਹ ਹੁੰਦੀ ਹੈ ਸਿਫਤ। ਇਕੱਠਾ ਆਪਾਂ ਸ਼ਬਦ ਵਰਤਦੇ ਸਿਫਤ ਸਲਾਹ, ਤੇਰੀ ਸਿਫਤ ਸਲਾਹ ਵੀ ਸੱਚੀ।
ਤੇਰੀ ਸਿਫਤ ਵੀ ਸੱਚੀ, ਤੇਰੀ ਸਲਾਹਤਾ ਵਡਿਆਈ ਉਹ ਵੀ ਸੱਚੀ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ। ਹਾਹੇ ਨੂੰ ਔਂਕੜ ਨਾਲ ਲੱਗਣ ਕਰਕੇ ਹੋ ਗਿਆ ਹੇ ਸੱਚੇ ਪਾਤਸ਼ਾਹ। ਇੱਥੇ ਪਾਤਸ਼ਾਹ ਬਹੁਵਚਨ ਨਹੀਂ ਹੋ ਸਕਦਾ ਕਿ ਪਰਮਾਤਮਾ ਇੱਕੋ ਹੀ ਹੈ। ਪਾਤਸ਼ਾਹ ਭਾਵੇਂ ਹਾਹੇ ਨੂੰ ਔਂਕੜ ਨਹੀਂ ਲੱਗਾ ਹੋਇਆ, ਇੱਥੇ ਪਾਤਸ਼ਾਹ ਬਹੁਵਚਨ ਨਹੀਂ ਹੈ। ਇੱਥੇ ਮਤਲਬ ਹੇ ਪਾਤਸ਼ਾਹ। ਜਦੋਂ ਹੇ ਲੱਗਦਾ ਨਾ ਉਦੋਂ ਔਂਕੜ ਖਤਮ ਹੋ ਜਾਂਦਾ। ਜਿਵੇਂ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ, ਹੇ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਨਾਨਕ, ਉਹਦਾ ਮਤਲਬ ਨਾਨਕ, ਗੁਰੂ ਨਾਨਕ, ਗੁਰੂ। ਜੇ ਔਂਕੜ ਨਹੀਂ ਲੱਗਾ ਉਹਦਾ ਮਤਲਬ ਹੇ ਨਾਨਕ। ਇਸ ਤਰ੍ਹਾਂ ਹੇ ਪਾਤਸ਼ਾਹ। ਪਾਤਸ਼ਾਹ ਫਾਰਸੀ ਦਾ ਸ਼ਬਦ ਹੈ, ਇਹਨੂੰ ਪਾਤਸ਼ਾਹ ਨਹੀਂ ਪੜ੍ਹਨਾ, ਪਾਤਸ਼ਾਹ ਨਹੀਂ ਪੜ੍ਹਨਾ ਇਸ ਨੂੰ। ਕਈ ਵਾਰੀ ਹਾਹੇ ਨੂੰ ਔਂਕੜ ਲੱਗਾ ਹੁੰਦਾ, ਕਈ ਪੜ੍ਹਦੇ ਪਾਤਸ਼ਾਹੋ। ਪਾਤਸ਼ਾਹੋ ਕੋਈ ਸ਼ਬਦ ਨਹੀਂ ਹੁੰਦਾ, ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਪਾਤਸ਼ਾਹ। ਹੇ ਪਾਤਸ਼ਾਹ, ਤੇਰੀ ਕੁਦਰਤ ਵੀ ਸੱਚੀ, ਕਿਉਂਕਿ ਤੂੰ ਸੱਚਾ ਹੈ ਇਸ ਲਈ ਤੇਰੀ ਕੁਦਰਤ ਵੀ ਸੱਚੀ। ਨਾਨਕ, ਹੇ ਨਾਨਕ। ਨਾਨਕ ਸੱਚ ਧਿਆਇਨ ਸੱਚ। ਜੋ ਸੱਚੇ ਨੂੰ ਧਿਆਉਂਦੇ ਹਨ ਉਹ ਵੀ ਸੱਚੇ, ਉਹ ਵੀ ਸੱਚੇ। ਜੋ ਮਰ ਜੰਮੇ ਸੋ ਕੱਚ ਨਿਕੱਚ। ਅਤੇ ਜਿਹੜਾ ਜੰਮਦਾ ਮਰਦਾ ਰਹਿੰਦਾ ਹੈ, ਕੱਚ ਨਿਕੱਚ ਦਾ ਮਤਲਬ ਅਤੀ ਕੱਚਾ, ਉਹ ਤਾਂ ਅਤੀ ਕੱਚਾ ਹੈ। ਇੱਕ ਹੁੰਦਾ ਪੱਕਾ, ਪੱਕਾ ਭਾਵ ਸੱਚਾ। ਦੂਜਾ ਮਰਦਾ ਜੰਮਦਾ, ਉਹਨੂੰ ਕਹਿੰਦੇ ਕੂੜ। ਜਿਹੜਾ ਮਰਦਾ ਜੰਮਦਾ ਉਹਦੇ ਲੈਂਦੇ ਵਰਤਿਆ ਕੂੜ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਉਹਨਾਂ ਲਈ ਕੂੜ ਵਰਤਿਆ ਹੋਇਆ। ਸੋ ਜਿਹੜਾ ਜੰਮਦਾ ਮਰਦਾ ਰਹਿੰਦਾ ਹੈ ਉਹ ਅਤੀ ਕੱਚਾ, ਕੱਚ ਨੇ ਕੱਚ, ਕੱਚਿਆਂ ਵਿੱਚੋਂ ਅਤੀ ਕੱਚਾ। ਮਹਿਲਾ ਪਹਿਲਾ, ਉਹ ਪਹਿਲਾਂ ਤਾਂ ਸ਼ਲੋਕ ਸੀ, ਹੁਣ ਵੈਸੇ ਹੈ ਮਹਿਲਾ ਪਹਿਲਾ। ਵੱਡੀ ਵਡਿਆਈ ਜਾ ਵੱਡਾ ਨਾਮ। ਇਹਨੂੰ ਜਾਂ ਵੱਡਾ ਨਾਮ ਨਹੀਂ ਪੜ੍ਹਨਾ। ਜਾ ਹੁੰਦਾ ਜਿਸ ਦਾ, ਜਿਸ ਦਾ ਨਾਮ ਵੱਡਾ ਨਾ ਉਹਦੀ ਵਡਿਆਈ ਵੀ ਵੱਡੀ, ਇਸ ਲਈ ਇਹਨੂੰ ਪੜ੍ਹਨਾ ਜਾ। ਵੱਡੀ ਵਡਿਆਈ ਜਾ ਵੱਡਾ ਨਾਮ। ਵੱਡੀ ਵਡਿਆਈ ਜਾ ਸੱਚ ਨਿਉ। ਵੱਡੀ ਵਡਿਆਈ ਜਾ ਨਿਹਚਲ ਥਾਉ। ਵੱਡੀ ਵਡਿਆਈ ਜਾਣੈ ਆਲਾਓ। ਵੱਡੀ ਵਡਿਆਈ ਬੁੱਝੈ ਸਭ ਭਾਉ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ। ਰਜ਼ਾ ਹੁੰਦਾ, ਇਹ ਅਰਬੀ ਫਾਰਸੀ ਦਾ ਸ਼ਬਦ ਹੈ ਰਜ਼ਾਏ। ਰਜ਼ਾ ਮਰਜ਼ੀ ਨੂੰ ਕਹਿੰਦੇ ਨੇ। ਰਜ਼ਾਏ ਮਰਜ਼ੀ ਨਾਲ, ਆਪਣੀ ਮਰਜ਼ੀ ਨਾਲ। ਰਜਾਏ ਨਹੀਂ ਪੜ੍ਹਨਾ, ਉਹ ਤਾਂ ਹੁੰਦਾ ਉਹਨੇ ਰੋਟੀ ਖਵਾ ਕੇ ਉਹਨੂੰ ਰਜਾ ਦਿੱਤਾ। ਇਹ ਰਜ਼ਾਏ, ਰਜ਼ਾ ਜੱਜੇ ਦੇ ਪੈਰ 'ਚ ਬਿੰਦੀ ਬੋਲਣੀ, ਰਜ਼ਾਏ ਜ਼ਜ਼ਾ, ਜ਼ਜ਼ੇ ਦੀ ਆਵਾਜ਼ ਕੱਢਣੀ। ਵੱਡੀ ਵਡਿਆਈ ਜਾ ਵੱਡਾ ਨਾਮ। ਜਿਸ ਦਾ ਨਾਮ ਵੱਡਾ ਉਹਦੀ ਵਡਿਆਈ ਵੀ ਵੱਡੀ ਹੈ। ਪਰਮਾਤਮਾ ਦੀ ਵਡਿਆਈ ਇਸ ਲਈ ਵੱਡੀ ਹੈ ਕਿ ਉਹਦਾ ਨਾਮ ਵੀ ਵੱਡਾ ਹੈ। ਵੱਡੀ ਵਡਿਆਈ ਜਾਂ ਸੱਚ ਨਿਆਂ। ਪਰਮਾਤਮਾ ਦਾ ਨਿਆਂ ਸੱਚਾ ਹੈ, ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਪਰਮਾਤਮਾ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ, ਉਹ ਸਾਡੇ ਕਰਮ ਵੇਖ ਕੇ ਸਾਡੀ ਕਿਸਮਤ ਲਿਖ ਦਿੰਦਾ ਹੈ। ਧਰਮ ਕਹਿੰਦਾ ਪਰਮਾਤਮਾ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ। ਤਾਂ ਹੀ ਗੁਰੂ ਮਹਾਰਾਜ ਕਹਿੰਦਾ ਦੱਦੈ ਦੋਸ਼ ਨ ਦੇਉ ਕਿਸੇ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ।
ਮੈਂ ਜੋ ਕੀਤਾ ਉਹ ਪਾ ਰਿਹਾ ਹਾਂ। ਮਨੁੱਖ ਕਰਮ ਕਰਦਾ ਫਿਰ ਉਹਦਾ ਫਲ ਭੋਗਦਾ ਰਹਿੰਦਾ ਹੈ। ਇੱਕ ਹੁੰਦਾ ਕਰਮ ਬਾਰੇ ਸੋਚਣਾ, ਇੱਕ ਹੁੰਦਾ ਕਰਮ ਕਰ ਦੇਣਾ। ਭੋਗਣਾ ਕਦੋਂ ਪੈਂਦਾ? ਜਦੋਂ ਮਨੁੱਖ ਕਰਮ ਕਰ ਦਿੰਦਾ ਹੈ। ਮੈਂ ਚੋਰੀ ਕਰਨ ਬਾਰੇ ਸੋਚ ਰਿਹਾ ਵੀ ਮੈਂ ਜਦ ਮੌਕਾ ਲੱਗਾ ਚੋਰੀ ਕਰਾਂਗਾ, ਅਜੇ ਸੋਚ ਰਿਹਾ। ਮੇਰਾ ਮਨ ਤੇ ਮੈਲਾ ਹੋ ਜਾਏਗਾ, ਪਰ ਅਜੇ ਕਰਮ ਨਹੀਂ ਬਣਿਆ। ਜਦੋਂ ਮੈਂ ਚੋਰੀ ਕਰ ਲਈ ਫਿਰ ਇਹ ਕਰਮ ਬਣ ਗਿਆ। ਹੁਣ ਭੋਗ ਬਈ ਤੂੰ ਫਿਰ ਕਿਵੇਂ ਭੋਗਦਾ ਬੰਦਾ ਹੈ? ਮੈਂ ਕਿਹਦੀ ਕੀਤੀ ਚੋਰੀ, ਉਹਨੂੰ ਗਰੀਬ ਬਣਾਤਾ ਨਾ, ਪੈਸੇ ਚੱਕ ਲਿਆ ਉਹਦੇ। ਅਗਲੇ ਜਨ ਮੈਂ ਗਰੀਬ ਹੋ ਜਾਵਾਂਗਾ, ਫਿਰੀ ਜਾਵੇ। ਹੁਣ ਬਾਬਾ ਜੀ ਗਰੀਬੀ ਨਹੀਂ ਦੂਰ ਹੁੰਦੀ। ਬਾਬਾ ਕਿਆ ਕਰੇ? ਆਪਣੇ ਕਰਮ ਭੋਗੀ ਜਾਓ, ਕਰੀ ਜਾਓ, ਭਰੀ ਜਾਓ। ਸਿੱਧਾ ਜਿਹਾ ਹਿਸਾਬ ਹੈ, ਕਰੀ ਜਾਓ, ਭਰੀ ਜਾਓ। ਬਾਈਬਲ ਨੇ 2000 ਸਾਲ ਪਹਿਲਾਂ ਈਸਾ ਮਸੀਹ ਨੇ ਕਹਿਤਾ ਸੀ, ਡੂ ਗੁੱਡ ਫਾਈਂਡ ਗੁੱਡ, ਕਰ ਭਲਾ ਹੋ ਭਲਾ। ਇੱਥੇ ਕਦੇ ਕਰ ਬੁਰਾ ਹੋ ਭਲਾ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਅੱਜ ਮਨੁੱਖ ਦੀ ਸੋਚ ਇਹ ਹੈ, ਕਰੋ ਬੁਰਾ ਹੋਵੇ ਭਲਾ, ਇਹ ਨਹੀਂ ਹੋ ਸਕਦਾ। ਜਦੋਂ ਇਹਨਾਂ ਨੂੰ ਗਿਆਨ ਹੋ ਜਾਏ ਨਾ, ਮੈਂ ਬੁਰਾ ਕਰ ਤੇ ਮੇਰਾ ਬੁਰਾ ਹੋਣਾ, ਫਿਰ ਸ਼ਾਇਦ ਹਟ ਜਾਣ। ਇਹ ਤਾਂ ਲੱਕੜਾ ਪੁੱਛਦਾ, ਕਹਿੰਦੇ ਲੱਕੜਾ ਪੁੱਛਦਾ। 3-4 ਸਾਲਾਂ ਦੀ ਗੱਲ, ਇੱਕ ਬੀਬੀ ਮੇਰੇ ਕੋਲ ਆ ਗਈ, ਕਹਿੰਦੇ ਬਾਬਾ ਜੀ ਮੇਰੇ ਪੁੱਤਰ ਨੂੰ ਨਾ ਕੋਈ ਇੱਕ ਪੈਕਟ ਦਿੰਦਾ ਕਿਲੋ ਕੁ ਦਾ, ਅਤੇ ਉਹਨੂੰ ਕਹਿੰਦਾ ਤੂੰ ਫਲਾਣੇ ਥਾਂ 'ਤੇ ਦੇ ਆ, ਤੈਨੂੰ 50,000 ਰੁਪਇਆ ਮਿਲੇਗਾ। ਕਹਿੰਦੇ ਮੈਨੂੰ ਲੱਗ ਗਿਆ ਪਤਾ ਵੀ ਇਸ ਤਰ੍ਹਾਂ ਕਰਦਾ। ਮੈਂ ਕਿਹਾ ਵੀ ਇਹਦਾ ਮਤਲਬ ਕਾਕਾ ਇਹ ਕੋਈ ਗਲਤ ਕੰਮ ਹੈ ਵੀ 1 ਕਿਲੋ ਚੀਜ਼ ਲਿਜਾਣ ਦਾ ਤੈਨੂੰ 50,000 ਰੁਪਇਆ ਦਿੰਦੇ ਨੇ, ਇਹਦਾ ਮਤਲਬ ਇਹ ਤਾਂ ਕਈ ਲੱਖਾਂ ਦੀ ਚੀਜ਼ ਹੋਵੇਗੀ ਹੈ ਵੀ ਇਹ ਗਲਤ ਕੰਮ ਹੈ ਤੇਰਾ। ਇੱਥੋਂ ਐਂ ਲੱਗਦਾ ਹੈ ਵੀ ਇਹ ਗਲਤ ਕੰਮ ਹੈ, ਵੀ ਤੂੰ ਇਹ ਨਾ ਕਰ। ਕਹਿੰਦੇ ਨਹੀਂ ਮਾਤਾ ਜੀ ਛੇਤੀ ਆਪਾਂ ਅਮੀਰ ਹੋ ਜਾਵਾਂਗੇ। ਉਹ ਕਹਿੰਦੀ ਵੀ ਜੇ ਤੂੰ ਫੜਿਆ ਗਿਆ, ਕਹਿੰਦਾ ਫਿਰ ਮੈਂ ਪੈਸੇ ਦੇ ਕੇ ਛੁੱਟ ਜਾਵਾਂਗਾ। ਉਹ ਬੀਬੀ ਨੇ ਥੋੜ੍ਹੇ ਜਿਹੇ ਗਿਆਨ ਸੀ ਉਹਦੇ, ਕਿ DSP ਭੋਲਾ ਭੋਲਾ ਹੁੰਦਾ ਸੀ, ਉਹ ਨਸ਼ਿਆਂ 'ਚ ਫੜਿਆ ਗਿਆ ਸੀ, ਅੱਜ ਤੱਕ ਨਹੀਂ ਬਰੀ ਹੋਇਆ, ਫਿਰੀ ਜਾਂਦਾ। ਕਹਿੰਦੇ ਪੈਸੇ ਦੇ ਕੇ ਭੋਲਾ ਛੁੱਟ ਗਿਆ। ਕਿ ਮੈਂ ਕਹਿੰਦੇ ਬਾਬੇ ਉਹਨੂੰ ਕਿਹਾ ਵੀ ਪੈਸੇ ਦੇ ਕੇ ਭੋਲਾ ਛੁੱਟ ਗਿਆ, ਤੂੰ ਤੇ ਪੈਸੇ ਦੇ ਕੇ ਛੁੱਟ ਜਾਏਗਾ। ਵੀ ਕਿਰਪਾ ਕਰੋ ਪਾਠ ਦਿਓ ਜੀ, ਇਹ ਮਾੜਾ ਕੰਮ ਛੱਡ ਦੇਵੇ। ਪਾਠ ਮੈਂ ਦਿੱਤਾ, ਪਰ ਬੀਬੀ ਮੁੜ ਕੇ ਮੇਰੇ ਕੋਲ ਨਹੀਂ ਆਈ। ਪਤਾ ਨਹੀਂ ਛੱਡਿਆ ਨਹੀਂ ਛੱਡਿਆ, ਉਹਦੇ ਮੁੰਡੇ ਦਾ ਕੀ ਬਣਿਆ, ਕੀ ਨਹੀਂ ਬਣਿਆ। ਸੋ ਗੁਰੂ ਮਹਾਰਾਜ ਕਹਿੰਦੇ ਨੇ ਉਹਦਾ ਨਿਆਂ ਸੱਚਾ, ਨਿਆਂ ਦੇ ਹੋਣਾ ਹੀ ਹੋਣਾ। ਕਿਸੇ ਦਾ ਇੱਥੇ ਹੀ ਹੋ ਜਾਂਦਾ, ਕਿਸੇ ਦਾ ਅਗਲੇ ਜਨਮ ਜਾ ਕੇ ਹੋਣਾ। ਇਹ ਗਲਤ ਕੰਮ ਹੈ। ਆਪ ਹੀ ਤੁਸੀਂ ਅੰਦਾਜ਼ਾ ਲਾ ਲਓ। ਮੈਂ ਅੰਦਾਜ਼ਾ ਲਾਇਆ ਕੋਈ ਸ਼ਾਇਦ ਇਹ ਚਿੱਟਾ ਹੋਣਾ, ਜਾਂ ਹੈਰੋਇਨ ਜਿਹਨੂੰ ਕਹਿੰਦੇ ਨੇ, ਉਹ ਬੜੀ ਮਹਿੰਗੀ ਹੁੰਦੀ ਹੈ। ਇੱਕ ਕਿਲੋ 1 ਕਰੋੜ ਦੀ ਹੁੰਦੀ ਹੈ, ਅਤੇ 1 ਕਰੋੜ ਚੀਜ਼ ਇੱਕ ਥਾਂ ਤੋਂ ਦੂਜੀ ਪਹੁੰਚ। ਜੇ 50,000 ਵਿੱਚੋਂ ਦੇ ਵੀ ਦੇਣਗੇ ਤਾਂ ਕੀ ਫਰਕ ਪੈਂਦਾ। ਪਰ ਪਰਮਾਤਮਾ ਦਾ ਨਿਆਂ ਤੇ ਸੱਚਾ ਹੈ, ਉਹਦੀ ਵਡਿਆਈ ਇਸੇ ਲਈ ਹੈ ਜਾਂ ਸੱਚ ਨਿਓ, ਕਿਉਂਕਿ ਉਹਦਾ ਨਿਆਂ ਸੱਚਾ ਹੈ। ਵੱਡੀ ਵਡਿਆਈ ਜਾਂ ਨੇਚਲ ਥਾਂ, ਉਹਦਾ ਜਿਹੜਾ ਥਾਂ ਹੈ ਸਦਾ ਰਹਿਣ ਵਾਲਾ, ਇਹ ਉਹਦਾ ਨਾਂ ਹੀ ਸੱਚਖੰਡ ਰੱਖਿਆ। ਉਹ ਖੰਡ ਦਾ ਕੀ ਨਾਂ ਰੱਖਿਆ? ਸੱਚਖੰਡ। ਸੱਚ ਦਾ ਸਦਾ ਰਹਿਣ ਵਾਲਾ। ਉਹ ਧਰਤੀ ਜਿਹੜੀ ਸਦਾ ਰਹਿਣੀ ਹੈ, ਉਹਦਾ ਨਾਂ ਰੱਖਿਆ ਸੱਚਖੰਡ। ਬਾਕੀ ਸਭ ਖਤਮ ਹੋ ਜਾਣ ਵਾਲੇ ਨੇ। ਸੱਚਖੰਡ ਤੋਂ ਬਿਨਾਂ ਜਿੰਨੇ ਵੀ ਖੰਡ ਨੇ ਸੰਸਾਰ 'ਚ ਇੱਕ ਦਿਨ ਖਤਮ ਹੋ ਜਾਣੇ ਹਨ। ਕਿਉਂ ਖਤਮ ਹੋਏ? ਕਿਉਂਕਿ ਬਣਾਏ ਗਏ ਨੇ।
ਇਹ ਕਿਹੜਾ ਆਪਣੇ ਆਪ ਸਨ? ਜੇ ਤਾਂ ਆਪਣੇ ਆਪ ਹੁੰਦੇ ਫਿਰ ਤਾਂ ਖਤਮ ਨਹੀਂ ਸੀ ਹੋ ਸਕਦੇ। ਜੇ ਪਰਮਾਤਮਾ ਆਪਣੇ ਆਪ ਤੋਂ ਹੈ, ਇਸ ਲਈ ਖਤਮ ਨਹੀਂ ਹੋ ਸਕਦਾ। ਹਾਂ, ਜੇ ਪਰਮਾਤਮਾ ਨੂੰ ਕਿਸੇ ਨੇ ਬਣਾਇਆ ਹੁੰਦਾ ਤਾਂ ਪਰਮਾਤਮਾ ਉਸਦਾ ਹੁਣ ਨੂੰ ਕਿੰਨੇ ਵਾਰ ਖਤਮ ਹੋ ਗਿਆ ਹੁੰਦਾ। ਜੇ ਆਪਾਂ ਮੂਰਤੀ ਬਣਾ ਲਈ ਹੈ, ਉਹ ਕੁਝ ਸਾਲਾਂ ਬਾਅਦ ਟੁੱਟ ਵੀ ਸਕਦੀ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਇਸ ਲਈ ਅਸੀਂ ਖਤਮ ਹੋ ਸਕਦੇ ਹਾਂ। ਪਰਮਾਤਮਾ ਨੇ ਆਪਣੇ ਆਪ ਬਣਾਇਆ, ਆਪਣੇ, ਇਸ ਲਈ ਉਹ ਖਤਮ ਨਹੀਂ ਹੋਏਗਾ। ਇਸ ਜਿੱਥੇ ਉਹ ਰਹਿੰਦਾ ਹੈ, ਉਹ ਵੀ ਖਤਮ ਨਹੀਂ ਹੋਏਗਾ। ਉਹਦਾ ਥਾਂ ਨਿਹਚਲ ਹੈ। ਨਿਹਚਲ ਜਿਹਨੂੰ ਅਚਲ ਵੀ ਕਹਿੰਦੇ ਨੇ, ਜੋ ਚਲਾਏਮਾਨ ਨਹੀਂ ਹੈ। ਵੱਡੀ ਵਡਿਆਈ ਜਾਣੇ ਆਲਾਓ। ਆਲਾਓ ਹੁੰਦਾ ਬੋਲਣਾ। ਜੋ ਅਸੀਂ ਮਨ ਵਿੱਚ ਵੀ ਬੋਲ ਰਹੇ ਹਾਂ ਨਾ, ਰੱਬ ਉਸ ਨੂੰ ਵੀ ਜਾਣਦਾ ਹੈ। ਇਸ ਲਈ ਉਹਦੀ ਵਡਿਆਈ ਹੈ ਵੀ ਉਹ ਜਾਣੀ ਜਾਣੇ। ਕੋਈ ਜ਼ਰੂਰੀ ਨਹੀਂ ਕਿ ਅਸੀਂ ਉੱਚਾ ਬੋਲ ਕੇ ਪਰਮਾਤਮਾ ਨੂੰ ਕੋਈ ਬੇਨਤੀ ਕਰੀਏ। ਹੁਣ ਜਦੋਂ ਤੁਸੀਂ ਮੱਥਾ ਟੇਕਦੇ ਹੋ, ਖਲੋ ਕੇ ਕੋਈ ਬੇਨਤੀ ਕਰਦੇ ਹੋ, ਉਹ ਸਾਨੂੰ ਕਿਹੜਾ ਸੁਣਦਾ ਤੁਸੀਂ ਕੀ ਕਹਿੰਦੇ ਹੋ? ਪਰ ਉਹ ਗੁਰੂ ਮਹਾਰਾਜ ਨੂੰ ਵੀ ਸੁਣ ਰਿਹਾ ਅਤੇ ਰੱਬ ਨੂੰ ਵੀ ਸੁਣ ਰਿਹਾ, ਬਾਕੀ ਕਿਸੇ ਨੂੰ ਨਹੀਂ ਸੁਣ ਰਿਹਾ। ਜਿਹੜਾ ਅਰਦਾਸ ਕਰ ਰਿਹਾ ਜਾਂ ਤਾਂ ਉਸ ਨੂੰ ਸੁਣ ਰਿਹਾ ਹੈ, ਜਿਹਦੇ ਅੱਗੇ ਅਰਦਾਸ ਕਰ ਰਿਹਾ ਉਹਨੂੰ ਸੁਣ ਰਿਹਾ ਹੈ, ਉਹਨੂੰ ਵੀ ਸੁਣ ਰਿਹਾ ਹੈ। ਗੁਰੂ ਮਹਾਰਾਜ ਨੂੰ ਅਰਦਾਸ ਕਰ ਰਿਹਾ, ਮਨ 'ਚ ਕਰ ਰਿਹਾ, ਸੁਣ ਰਿਹਾ ਗੁਰੂ ਮਹਾਰਾਜ ਨੂੰ। ਸਦ ਸੁਣਦਾ, ਸਦ ਵੇਖਦਾ। ਇਹੀ ਤਾਂ ਵਡਿਆਈ ਹੈ, ਇਹੀ ਤਾਂ ਵਡਿਆਈ ਹੈ। ਬਿਨ ਬੋਲਿਆਂ ਸਭ ਕੁਛ ਜਾਣਦਾ। ਅਲਾਓ ਹੁੰਦਾ ਬੋਲਣਾ। ਵੱਡੀ ਵਡਿਆਈ ਜਾਣੇ ਅਲਾਓ। ਸਾਡੇ ਬੋਲਾਂ ਨੂੰ ਉਹ ਜਾਣਦਾ ਹੈ। ਇਹੀ ਉਹਦੀ ਵਡਿਆਈ ਹੈ। ਵੱਡੀ ਵਡਿਆਈ ਬੁਝੇ ਸਭ ਭਾਓ। ਭਾਓ ਪਿਆਰ ਵੀ ਹੁੰਦਾ ਹੈ। ਇਹ ਤਾਂ ਭਾਓ ਦਾ ਮਤਲਬ ਭਾਵਨਾ। ਸਾਰੀਆਂ ਭਾਵਨਾਵਾਂ ਜਾਣਦਾ ਹੈ। ਸਾਡੀ ਕੀ ਭਾਵਨਾ ਹੈ? ਅਸੀਂ ਕੀ ਭਾਵਨਾ ਲੈ ਕੇ ਗੁਰਦੁਆਰੇ ਆਏ ਹਾਂ, ਗੁਰੂ ਨੂੰ ਪਤਾ ਹੈ ਵੀ ਇਹ ਸਿਰਫ ਲੰਗਰ ਛਕਣ ਆਇਆ। ਇਹ ਸਿਰਫ ਲੰਗਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦੇ ਲੰਗਰ ਛਕਾਂਗੇ ਉੱਥੇ ਜਾ ਕੇ। ਕੋਈ ਦੇਗ ਦਾ ਖਿਆਲ ਰੱਖੇ, ਦੇਗ ਮਿਲੇਗੀ। ਕੋਈ ਖਿਆਲ ਰੱਖੇ ਚੋ ਕੀਰਤਨ ਸੁਣਾਂਗੇ। ਕੋਈ ਭਾਵਨਾ ਲੈ ਕੇ ਕਥਾ ਸੁਣਾਂਗੇ। ਅੱਡ ਅੱਡ ਭਾਵਨਾ ਨਾਲ ਮਨੁੱਖ ਗੁਰਦੁਆਰੇ ਆਉਂਦੇ ਨੇ। ਇੱਕ ਭਾਵਨਾ ਨਹੀਂ ਸਭ ਦੀ, ਇੱਕ ਭਾਵਨਾ ਨਹੀਂ ਹੈ। ਪਹਿਲਾਂ ਤਾਂ ਪੁੱਛਿਆ, ਸ਼ੁਰੂ ਤਾਂ ਪੁੱਛਿਆ ਕਰਦੇ ਸਨ, ਬਾਬਾ ਜੀ ਫਿਰ ਐਤਵਾਰ ਨੂੰ ਕੀ ਬਣਾ ਰਹੇ ਹੋ? ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਸੰਗਤ ਨੇ ਖੀਰ ਖਾਣ ਦੀ ਸ਼ੌਕੀਨ ਹੈ। ਇੱਕ ਨੂੰ ਕਿਹਾ ਖੀਰ ਬਣਾ ਰਹੇ, ਕਹਿੰਦੇ ਅਸੀਂ ਸਾਰੇ ਆਵਾਂਗੇ ਜੀ, ਸਾਰਾ ਟੱਬਰ ਆਇਆ ਵੀ ਖੀਰ ਖਾਵਾਂਗੇ। ਇਹ ਭਾਵਨਾ ਵੀ ਖੀਰ ਖਾਵਾਂਗੇ। ਪਾਠ ਨਾਲ, ਕੀਰਤਨ ਨਾਲ, ਕਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਹਿਲਾਂ ਹੀ ਪੁੱਛਿਆ ਵੀ ਕੀ ਬਣਾ ਰਹੇ ਹੋ ਜੀ? ਬਸ ਖੀਰ। ਫਿਰ ਅਸੀਂ ਇੱਕ ਵਾਰੀ ਕੀ ਕੀਤਾ ਵੀ ਪਹਿਲਾਂ ਅਸੀਂ ਖੀਰ ਨਾਲ ਰਜਾ ਲੈਂਦੇ ਸੀ, ਮਗਰ ਇੱਕ ਇੱਕ ਰੋਟੀ ਦੀ ਦਾਲ ਸਬਜ਼ੀ ਦੇ ਦੇਣੀ ਵੀ ਲਓ ਮੂੰਹ ਕਰਾਰਾ ਕਰ ਲਓ ਜੀ। ਵੀ ਖੀਰ ਖਾਣ ਦੇ, ਫਿਰ ਖੀਰ ਖਾਂਦੇ ਖਾਂਦੇ ਬੁੱਢੇ ਹੋ ਗਏ। ਹੁਣ ਨਹੀਂ ਬਹੁਤੀ ਖਾਂਦੇ। ਹੁਣ ਨਹੀਂ ਪੁੱਛਦੇ ਕੀ ਬਣਾ ਰਹੇ ਹੋ ਜੀ। ਉਮਰ ਦੀ ਗੱਲ ਹੁੰਦੀ ਹੈ। ਉਦੋਂ ਸਾਰੇ ਜਵਾਨ ਹੁੰਦੇ ਸਨ, ਖਾਣ ਪੀਣ ਦੇ ਸ਼ੌਕੀਨ ਸਨ। ਹੁਣ ਬੁੱਢੇ ਹੋ ਗਏ, 50% ਨੂੰ ਸ਼ੂਗਰ ਹੋ ਗਈ ਹੈ। ਇੱਕ ਅੱਧਾ ਚਮਚਾ ਖਾ ਲੈਂਦੇ ਸਵਾਦ ਦੇ ਵਿੱਚ। ਸੋ ਪਰਮਾਤਮਾ ਸਭ ਦੇ ਭਾਵ, ਸਭ ਦੀਆਂ ਭਾਵਨਾਵਾਂ ਜਾਣਦਾ ਹੈ, ਬੁਝੇ ਜਾਣਦਾ ਹੈ। ਇਹੀ ਉਹਦੀ ਵਡਿਆਈ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਕਿਸੇ ਨੂੰ ਦਾਤ ਜੇ ਦਿੰਦਾ, ਕਿਸੇ ਨਾਲ ਸਲਾਹ ਨਹੀਂ ਕਰਦਾ ਇਹਨੂੰ ਦਾਤ ਦੇਵਾਂ ਕਿ ਨਾ ਦੇਵਾਂ। ਉਹਦੀ ਆਪਣੀ ਮਰਜ਼ੀ ਹੈ। ਪੁੱਛਦਾ ਕੌਣ ਹੈ? ਜਿਹੜਾ ਦੂਜੇ ਨੂੰ ਆਪਣੇ ਆਪ ਤੋਂ ਸਿਆਣਾ ਸਮਝੇ। ਆਪੋ ਉਹਦੀ ਸਲਾਹ ਲੈਣ ਜਾਣੇ ਨਾ ਵੀ ਮੈਂ ਇਸ ਤਰ੍ਹਾਂ ਕਰਾਂ ਕਿ ਨਾ ਕਰਾਂ। ਅਤੇ ਪਰਮਾਤਮਾ ਸਭ ਤੋਂ ਵੱਧ ਸਿਆਣਾ ਹੈ, ਇਸ ਲਈ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ।
ਉਸ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੁੰਦੀ, ਇਸ ਲਈ ਪੁੱਛ ਕੇ ਦਾਤ ਨਹੀਂ ਦਿੰਦਾ, ਕਿਸੇ ਨਾਲ ਸਲਾਹ ਕਰਕੇ ਕਿਸੇ ਨੂੰ ਦਾਤ ਨਹੀਂ ਦਿੰਦਾ। ਇਹੀ ਉਸ ਦੀ ਵਡਿਆਈ ਹੈ। ਵੱਡੀ ਵਡਿਆਈ ਜਾਂ ਆਪੇ ਆਪ, ਉਹ ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈਗਾ, ਉਹ ਆਪਣੇ ਆਪ ਤੋਂ ਹੈ। ਇਹੀ ਉਸ ਦੀ ਵਡਿਆਈ ਹੈ। ਨਾਨਕ ਕਾਰ ਨਾ ਕਥਨੀ ਜਾਏ। ਜੋ ਪਰਮਾਤਮਾ ਕਾਰ ਕੰਮ ਕਰ ਰਿਹਾ ਹੈ ਉਹ ਵਰਣਨ ਨਹੀਂ ਕੀਤੇ ਜਾ ਸਕਦੇ। ਕਾਰ ਇਸਤਰੀ ਲਿੰਗ ਹੋਣ ਕਰਕੇ ਕਹਿੰਦੇ ਕਾਰ ਸੇਵਾ, ਕਾਰ ਮੈਨੇ ਕੰਮ ਹੁੰਦਾ। ਕਾਰ ਸੇਵਾ ਦਾ ਮਤਲਬ ਉਹ ਕੰਮ ਜੇ ਬਿਨਾਂ ਪੈਸਿਆਂ ਤੋਂ ਕੀਤਾ ਜਾਵੇ ਉਹਨੂੰ ਕਹਿੰਦੇ ਕਾਰ ਸੇਵਾ। ਗੁਰਦੁਆਰੇ 'ਚ ਕਈ ਵਾਰੀ ਲੋਕ ਕਾਰ ਸੇਵਾ ਕਰਦੇ ਨੇ। ਬਹੁਤ ਸਾਰੇ ਲੋਕ ਉੱਥੇ ਬਰਤਨ ਮਾਂਜ ਰਹੇ ਹੁੰਦੇ ਨੇ, ਉਹ ਕਾਰ ਸੇਵਾ, ਕੋਈ ਪੈਸਾ ਨਹੀਂ ਲੈਂਦੇ। ਕੁਝ ਗੁਰਦੁਆਰੇ ਨੇ ਕਰਮਚਾਰੀ ਰੱਖੇ ਹੁੰਦੇ ਨੇ, ਕੁਝ ਲੋਕ ਉੱਥੇ ਜਾ ਕੇ ਆਪ ਸੇਵਾ ਕਰਦੇ ਰਹਿੰਦੇ। ਕਰਮਚਾਰੀ ਇਸ ਲਈ ਰੱਖਣੇ ਕਿ ਬਾਈ ਚਾਂਸ ਕਿਸੇ ਘਰ ਲੋਕ ਨਾ ਆਉਣ ਜਾਂ ਘੱਟ ਆਉਣ, ਜਾਂ ਮੇਰੇ ਵਰਗੇ ਚਲੇ ਜਾਣ ਵੀ ਖਾ ਕੇ ਆ ਗਏ ਭਾਂਡੇ ਕੋਈ ਮਾਂਜੇ, ਵੀ ਉਡੀਕ ਨੇ ਕੋਈ ਚੱਕ ਕੇ ਹੀ ਲੈ ਜੇ ਕੇ ਬੈਠੇ ਰਹੋ, ਕੋਈ ਨਾ ਕੋਈ ਭਾਂਡੇ ਲੈ ਹੀ ਜਾਊ ਚੱਕ ਕੇ। ਇਹੋ ਜਿਹੇ ਵੀ ਹੁੰਦੇ ਨੇ। ਅਤੇ ਹੋਰ ਕੋਈ ਆਵੇ ਨਾ ਸੇਵਾ ਕਰਨ ਤੇ ਸਾਡੇ ਮੇਰੇ ਵਰਗੇ 10 ਚਲੇ ਜਾਣ ਤਾਂ ਫਿਰ ਉਹਨਾਂ ਜਿਹੜਾ ਆਪਣੇ ਕਰਮਚਾਰੀ ਰੱਖੇ ਹੁੰਦੇ ਨੇ ਫਿਰ ਉਹ ਭਾਂਡੇ ਮਾਂਜਦੇ ਨੇ, ਨਹੀਂ ਤਾਂ ਬਹੁਤੀ ਕਾਰ ਸੇਵਾ ਹੀ ਚੱਲਦੀ ਹੈ। ਸੋ ਪਰਮਾਤਮਾ ਜਿਹੜੇ ਕਾਰ ਹੈ ਨਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕੀਤਾ ਕਰਨਾ ਸਰਬ ਰਜ਼ਾਏ। ਜੋ ਪਰਮਾਤਮਾ ਨੇ ਕੀਤਾ ਕਰਨਾ ਅਤੇ ਜੋ ਅਜੇ ਕਰਨਾ ਸਰਬ ਰਜ਼ਾਏ, ਸਭ ਉਹਦੀ ਰਜ਼ਾ ਅਨੁਸਾਰ ਹੈ। ਇਹ ਉਹਦੀ ਰਜ਼ਾ ਅਨੁਸਾਰ ਹੈ। ਜੋ ਹੋਇਆ ਉਹ ਵੀ ਉਹਦੀ ਰਜ਼ਾ ਸੀ, ਜੋ ਹੋਣੇ ਉਹ ਵੀ ਉਹਦੀ ਰਜ਼ਾ ਹੈ। ਰਜ਼ਾ ਮੈਨੇ ਮਰਜ਼ੀ, ਆਪਾਂ ਕਹਿੰਦੇ ਮਰਜ਼ੀ, ਫਾਰਸੀ ਕਹਿੰਦੇ ਰਜ਼ਾ। ਹੁਕਮ ਰਜ਼ਾਈ ਚੱਲਣਾ, ਉੱਥੇ ਰਜ਼ਾਈ ਦਾ ਮਤਲਬ ਪਰਮਾਤਮਾ, ਰਜ਼ਾ ਦਾ ਮਾਲਕ। ਗੁਰੂ ਜਪਜੀ ਸਾਹਿਬ ਹੁਕਮ ਰਜ਼ਾਈ ਚ, ਰਜ਼ਾਈ ਨਹੀਂ ਪੜ੍ਹਨਾ ਚਾਹੀਦਾ। ਹੁਕਮ ਮੰਮੀ ਨੂੰ ਸਿਹਾਰੀ ਲੱਗੀ ਹੈ, ਰਜ਼ਾਈ ਮੈਨੇ ਰੱਬ। ਹੁਕਮ ਵਿੱਚ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਪਰਮਾਤਮਾ ਦੇ ਹੁਕਮ ਵਿੱਚ ਚੱਲਣਾ। ਉੱਥੇ ਰਜ਼ਾਈ ਦਾ ਮਤਲਬ ਪਰਮਾਤਮਾ। ਇਹ ਹੈ ਰਜ਼ਾਏ, ਸਿਹਾਰੀ ਲੱਗੀ ਹੈ। ਇਹ ਰਜ਼ਾਏ ਦਾ ਮਤਲਬ ਮਰਜ਼ੀ, ਰਜ਼ਾ ਮਰਜ਼ੀ। ਸਾਰਾ ਕੁਛ ਉਹਦੀ ਮਰਜ਼ੀ ਨਾਲ ਹੀ ਹੋ ਰਿਹਾ ਹੈ। ਇਹੀ ਉਹਦੀ ਮਹਾਨਤਾ ਹੈ। ਮਹਿਲਾ ਦੂਜਾ, ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਧਿਆਨ ਦੇਣਾ, ਇੱਕ ਹੈ ਸੱਚਾ, ਇਹ ਜਗ ਸੱਚਾ ਕੀ ਹੈ ਕੋਠੜੀ, ਅੱਗੇ ਜਾ ਕੇ ਸੱਚੇ ਕਾ ਵਿੱਚ ਵਾਸ। ਦੋਨਾਂ ਦੇ ਉਚਾਰਨ ਅੱਡ ਅੱਡ ਨੇ, ਇਸ ਲਈ ਅਰਥ ਵੀ ਅੱਡ ਅੱਡ ਨੇ। ਉਚਾਰਨ ਅੱਡ ਅੱਡ ਨੇ, ਇੱਕ ਤੇ ਦਲਾਵਾਂ ਲੱਗੀਆਂ, ਇੱਕ ਤੇ ਲਾਂ ਲੱਗੀ ਹੈ, ਅਰਥ ਅੱਡ ਨੇ, ਉਚਾਰਨ ਅੱਡ ਅੱਡ ਨੇ। ਇਹ ਜਗ ਸੱਚੇ ਕੀ ਹੈ ਕੋਠੜੀ ਨਹੀਂ ਪੜ੍ਹਨਾ, ਗਲਤ ਹੋ ਜਾਏਗਾ। ਪੰਜਾਬੀ ਧਿਆਨ ਨਾਲ ਪੜ੍ਹੀ ਦੀ ਹੈ। ਚੱਚੇ ਨੂੰ ਦਲਾਵਾਂ ਚੇ ਨਹੀਂ ਹੁੰਦਾ, ਚੱਚੇ ਨੂੰ ਦਲਾਵਾਂ ਚੈ ਹੁੰਦਾ। ਸੱਚੈ, ਸੱਚੈ ਬੋਲਣਾ ਥੋੜ੍ਹਾ ਔਖਾ ਹੈ, ਸੱਚੇ ਸੌਖਾ ਬੋਲਣਾ। ਸੌਖੇ ਔਖੇ ਨਾਲ ਕੋਈ ਲੈਣਾ ਦੇਣਾ ਨਹੀਂ। ਸੱਚਾ ਬੋਲਣ ਲਈ ਮੂੰਹ ਵੱਢਣਾ ਪੈਂਦਾ, ਸੱਚੇ ਮੂੰਹ ਵੱਢਣਾ ਨਹੀਂ ਪੈਂਦਾ। ਬੰਦਾ ਮੂੰਹ ਵੱਢਣ ਨੂੰ ਤਿਆਰ ਹੀ ਨਹੀਂ, ਗਲਤ ਬਲਤ ਬਾਣੀ ਪੜ੍ਹੀ ਜਾਂਦਾ। ਇਹ ਪਾਠੀ ਅਨਪੜ੍ਹ ਨਹੀਂ ਹੈਗੇ। ਅਨਪੜ੍ਹ ਕਿਵੇਂ ਬਾਣੀ ਪੜ੍ਹੇਗਾ? ਭਾਵੇਂ ਵਿਚਾਰੇ ਥੋੜ੍ਹੇ ਹੁੰਦੇ ਪੜ੍ਹੇ ਹੋਏ, ਕਿਉਂਕਿ ਕੁਆਲੀਫਾਈਡ ਬੰਦੇ ਤਾਂ ਪਾਠੀ ਬਣਦੇ ਹੀ ਨਹੀਂ। MA ਵਾਲਾ ਥੋੜ੍ਹੇ ਪਾਠੀ ਬਣੇਗਾ, ਉਹ ਤਾਂ ਨੌਕਰੀ ਕਰੇਗਾ। ਇਹ ਤਾਂ ਜੇ 5-7 ਜਮਾਤਾਂ, ਕੋਈ 8 ਪੜ੍ਹ ਗਿਆ, ਕੋਈ 10 ਪੜ੍ਹ ਗਿਆ। ਕਿਸੇ ਨੂੰ ਹਿਸਾਬ ਨਾਲ ਵਿਚਾਰਾ ਤਾਂ ਕੁੱਟ ਖਾਂਦਾ ਸੀ ਹਟ ਗਿਆ, ਕਿਸੇ ਨੂੰ ਅੰਗਰੇਜ਼ੀ ਨਾ ਆਈ ਤਾਂ ਸਕੂਲੋਂ ਹਟ ਗਿਆ, ਕੋਈ ਗਰੀਬੀ ਕਰਕੇ ਹਟ ਗਿਆ। ਪਾਠੀ ਆਮ ਤੌਰ 'ਤੇ ਥੋੜ੍ਹੇ ਹੀ ਪੜ੍ਹੇ ਲਿਖੇ ਹੁੰਦੇ ਨੇ। ਥੋੜ੍ਹੇ ਪੜ੍ਹੇ ਲਿਖੇ ਹੋਣ ਕਰਕੇ
ਇਹ ਫਿਰ ਧਿਆਨ ਨਾਲ ਨਹੀਂ ਪੜ੍ਹੇ। ਜੇ ਧਿਆਨ ਨਾਲ ਪੜ੍ਹਦੇ ਹੁੰਦੇ ਤਾਂ ਫਿਰ ਇਹ ਪਾਸ ਨਾ ਹੋ ਜਾਂਦੇ, ਫਿਰ ਫੇਲ ਕਿਉਂ ਹੁੰਦੇ? ਜਿਹੜਾ ਬੱਚਾ ਧਿਆਨ ਨਾਲ ਪੜ੍ਹ ਰਿਹਾ, ਧਿਆਨ ਨਾਲ ਟੀਚਰ ਨੂੰ ਸੁਣ ਰਿਹਾ, ਉਹਦਾ ਫੇਲ ਹੋਣ ਦਾ ਮਤਲਬ ਹੀ ਕੋਈ ਨਹੀਂ। ਫੇਲ ਜਿਹੜੇ ਹੁੰਦੇ ਨੇ, ਦੋ ਹੀ ਕਾਰਨ ਹੁੰਦੇ ਨੇ, ਜਾਂ ਤਾਂ ਬੱਚਾ ਨਹੀਂ ਪੜ੍ਹਿਆ ਜਾਂ ਟੀਚਰ ਨੇ ਨਹੀਂ ਪੜ੍ਹਾਇਆ। ਅਗਰ ਟੀਚਰ ਨੇ ਪੜ੍ਹਾਇਆ ਅਤੇ ਬੱਚੇ ਨੇ ਪੜ੍ਹਿਆ, ਫੇਲ ਹੋਣ ਦਾ ਮਤਲਬ ਹੀ ਕੋਈ ਨਹੀਂ। ਫੇਲ ਹੋਣ ਦਾ ਮਤਲਬ ਹੀ ਕੋਈ ਨਹੀਂ। ਉਹੀ ਬੱਚੇ ਫੇਲ ਹੁੰਦੇ ਜਿਨ੍ਹਾਂ ਨੇ ਪੜ੍ਹਿਆ ਨਹੀਂ ਜਾਂ ਜਿਨ੍ਹਾਂ ਨੂੰ ਪੜ੍ਹਾਇਆ ਨਹੀਂ ਗਿਆ। ਗੁਰੂ ਨਾਨਕ ਦੇ ਬੜੇ ਚੇਲੇ ਸਨ। ਅਸੀਂ ਵੀ ਤਾਂ ਗੁਰੂ ਨਾਨਕ ਦੇ ਚੇਲੇ ਅਖਵਾਉਂਦੇ ਹਾਂ। ਸਿੱਖ ਮੇਰੇ ਸ਼ਿਸ਼, ਸਿੱਖ ਸ਼ਿਸ਼, ਸ਼ਿਸ਼ ਚੇਲੇ ਨੂੰ ਕਹਿੰਦੇ ਨਹੀਂ। ਸਾਰੀ ਉਮਰ ਲੱਭਦੇ ਰਹੇ, ਦੋ ਹੀ ਸ਼ਿਸ਼ ਮਿਲੇ। ਇੱਕ ਭਾਈ ਲਹਿਣਾ ਜੀ ਨੰਬਰ 1 ਅਤੇ ਬਾਬਾ ਬੁੱਢਾ ਜੀ ਨੰਬਰ 2, ਬਸ ਦੋ ਹੀ ਸ਼ਿਸ਼ ਮਿਲੇ। ਬਾਕੀ ਤਾਂ ਐਵੇਂ ਬੁਰਾਏ ਨਾਂ ਸਨ। ਠੀਕ, ਉੱਥੇ ਬੈਠੇ ਥੋੜ੍ਹੀ ਬਹੁਤੀ ਸੇਵਾ ਕਰ ਲਈ, ਲੰਗਰ ਛਕ ਲਿਆ, ਬੱਲੇ ਬੱਲੇ। ਸੋ ਸੇਵਕ ਨੇ ਉਹ ਬੜੇ ਘੱਟ ਹੁੰਦੇ ਨੇ। ਸੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ, ਹੁਕਮ ਮੰਨਣਾ ਹੋਵੇ ਤਾਂ ਫਿਰ ਗੁਰੂ ਅੰਗਦ ਦੇਵ ਸਿੱਖਣਾ ਚਾਹੀਦਾ। ਸੇਵਾ ਕਰਨੀ ਹੋਵੇ ਫਿਰ ਗੁਰੂ ਅਮਰਦਾਸ ਮਹਾਰਾਜ ਤੋਂ ਸਿੱਖਣੀ ਚਾਹੀਦੀ। ਨਿਰਮਾਣਤਾ ਸਿੱਖਣੀ ਹੈ ਫਿਰ ਚੌਥੇ ਪਾਤਸ਼ਾਹ ਤੋਂ ਸਿੱਖਣੀ ਹੈ। ਕਿਹਨਾਂ ਤੋਂ ਸਿੱਖਣੀ? ਗੁਰੂ ਅੰਗਦ ਦੇਵ ਬਾਰੇ ਹੁਕਮ ਮੰਨੇ, ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਕੋਈ ਆਪਣੀ ਅਕਲ ਨਹੀਂ ਵਰਤੀ। ਗੁਰੂ ਨਾਨਕ ਦੇ ਇੱਕ ਦਿਨ ਅੱਧੀ ਰਾਤ ਨੂੰ ਕਹਿਤਾ, ਸ਼੍ਰੀ ਚੰਦ ਸੂਰਜ ਨਿਕਲ ਆਇਆ, ਆ ਕੱਪੜੇ ਲੈ ਜਾ ਧਰਮਸ਼ਾਲਾ ਦੇ, ਰਾਵੀ ਦਰਿਆ ਧੋ ਲਿਓ। ਕੱਪੜੇ 'ਚ ਚਾਦਰ 'ਚ ਮੂੰਹ ਬਾਹਰ ਕੱਢੇ, ਕਹਿੰਦੇ ਬਾਪੂ ਜੀ ਇੱਥੇ ਅੱਧੀ ਰਾਤ ਹੈ। ਲక్ష్ਮੀ ਦਾਸ ਤੂੰ ਧੋ ਲਿਆ। ਪਿਤਾ ਜੀ ਅੱਜ ਤੇ ਅੱਧੀ ਰਾਤ ਹੈ। ਲੈਣਾ ਜੀ ਤੁਸੀਂ ਕੱਪੜੇ ਧੋ ਲਿਓ, ਸੂਰਜ ਨਿਕਲਾ ਹੈ। ਸਤਬਚਨ ਜੀ ਕੱਪੜਿਆਂ ਦੀ ਪੰਡ ਬਣੀ, ਜਦੋਂ ਧਰਮਸ਼ਾਲਾ 'ਚ ਬਾਹਰ ਨਿਕਲ ਕੇ ਸਿਖਰ ਦੁਪਹਿਰ, ਕੱਪੜੇ ਧੋਤੇ, ਹਵਾ ਚੱਲਦੀ, ਨਾਲ ਦੇ ਨਾਲ ਸੁਕਾ ਕੇ ਰਾਤੇ ਰਾਤ ਹੀ ਵਾਪਸ ਆ ਗਏ। ਗੁਰੂ ਮਹਾਰਾਜ ਕਹਿੰਦੇ ਭਾਈ ਲੈਣਾ ਜੀ ਬੜੀ ਛੇਤੀ ਆ ਗਏ ਹੋ। ਕਹਿੰਦੇ ਮਹਾਰਾਜ ਧੁੱਪ ਬੜੀ ਤੇਜ਼ ਸੀ, ਨਾਲ ਹਵਾ ਚੱਲਦੀ ਸੀ, ਨਾਲ ਦੀ ਨਾਲ ਕੱਪੜੇ ਸੁੱਕ ਕੇ ਮੈਂ ਲੈ ਆਇਆ। ਅਤੇ ਦੂਜੇ ਝਾਕਦੇ ਨਹੀਂ ਅੱਜ ਤਾਂ ਰਾਤ ਹੈ, ਅੱਜ ਤਾਂ ਰਾਤ ਹੈ। ਇੱਕ ਨੇ ਆਪਣਾ ਦਿਮਾਗ ਵਰਤਿਆ ਵੀ ਜੇ ਰਾਤ ਹੈ। ਇੱਕ ਕਹਿੰਦਾ ਗੁਰੂ ਨਾਨਕ ਕਹਿੰਦੇ ਦੇਣੇ ਅਤੇ ਦੇਣੀ ਹੋਏਗਾ। ਫਿਰ ਗੁਰੂ ਨਾਨਕ ਕਹਿੰਦੇ ਦੇਣੇ ਅਤੇ ਫਿਰ ਦੇਣੀ ਹੋਵੇਗਾ, ਫਿਰ ਰਾਤ ਨਹੀਂ ਹੋ ਸਕਦੀ। ਇੰਨਾ ਵਿਸ਼ਵਾਸ, ਇਹਨੂੰ ਕਹਿੰਦਾ ਹੁਕਮ ਮੰਨਣਾ, ਕੋਈ ਕਿੰਤੂ ਪਰੰਤੂ ਨਹੀਂ। ਇੱਕ ਵਾਰੀ 4-5 ਦਿਨ ਲਗਾਤਾਰ ਮੀਂਹ ਪਈ ਗਿਆ। ਜਿੰਨਾ ਬਾਲਣ ਲੰਗਰ ਦੇ ਵਿੱਚ ਸੀ ਸਾਰੇ ਹੀ ਸੁੱਕਾ ਬਾਲਣ ਮੁੱਕ ਗਿਆ। ਬਰਸਾਤ ਹੋਣ ਕਰਕੇ ਕਿਤੋਂ ਸੁੱਕਾ ਬਾਲਣ ਨਹੀਂ ਮਿਲਿਆ। ਲਾਂਗਰੀ ਨੇ ਆ ਕੇ ਗੁਰੂ ਨਾਨਕ ਦੇਵ ਨੂੰ ਕਿਹਾ ਜੀ ਸਵੇਰੇ ਲੰਗਰ ਨਹੀਂ ਬਣੇਗਾ, ਵੀ ਸ਼ਾਮ ਨੂੰ ਲੰਗਰ ਨਹੀਂ ਬਣੇਗਾ ਜੀ, ਲੱਕੜੀਆਂ ਸੁੱਕੀਆਂ ਮਿਲ ਨਹੀਂ ਰਹੀਆਂ। ਮੀਂਹ ਹਟ ਚੁੱਕਾ ਸੀ ਉਹਨੇ ਚਿਰ। ਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਪਰਮਾਤਮਾ ਆਪੇ ਭੇਜੇਗਾ। ਆਪਣੇ ਦੋਨੋਂ ਪੁੱਤਰ ਲੈ ਲਏ, ਭਾਈ ਲਹਿਣਾ ਜੀ ਲੈ ਲਏ, ਹੋਰ ਨਾਲ ਸਿੱਖ ਲੈ ਲਏ। ਕਹਿੰਦੇ ਆਓ ਬਾਹਰ ਜੰਗਲ ਨੂੰ ਚੱਲੀਏ। ਭਾਈ ਲਹਿਣਾ ਜੀ ਕਹਿੰਦੇ ਇੱਕ ਨਾ ਖੇਸ ਲੈ ਲਿਓ, ਲੋੜ ਪਵੇਗੀ। ਖੇਸ ਲੈ ਲਿਆ। ਇੱਕ ਦਰਖਤ ਆ ਗਿਆ, ਕਿਤੇ ਜੰਡ ਦਾ ਦਰਖਤ ਲਿਖਿਆ, ਕਿਤੇ ਕਿੱਕਰ ਦਾ ਲਿਖਿਆ, ਦਰਖਤ ਆ ਗਿਆ। ਸ਼੍ਰੀ ਚੰਦ ਅੱਜ ਲੰਗਰ ਤੇ ਤਿਆਰ ਨਹੀਂ ਹੋਣਾ, ਆ ਖੇਸ ਵਿਛਾ ਦਰਖਤ ਹੇਠਾਂ, ਦਰਖਤ 'ਤੇ ਚੜ੍ਹ ਜਾ, ਇਹਨੂੰ ਹਿਲਾ, ਮਠਿਆਈ ਡਿੱਗੇਗੀ। ਬਾਪੂ ਜੀ ਕਿਆ ਭੋਲੀਆਂ ਬਾਤਾਂ ਕਦੇ, ਕਦੇ ਦਰਖਤਾਂ ਨੂੰ ਮਠਿਆਈ ਲੱਗੀ। ਲక్ష్ਮੀ ਦਾਸ ਤੂੰ ਚੜ੍ਹ ਜਾ,
ਕਹਿੰਦੇ ਬਾਪੂ ਜੀ, ਪਿਤਾ ਜੀ ਜੋ ਵੀ ਕਹਿੰਦੇ ਹੋਣਗੇ ਉਦੋਂ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਕਦੇ ਦਰਖਤਾਂ ਨੂੰ ਵੀ ਮਠਿਆਈ ਲੱਗੀ ਹੈ? ਭਾਈ ਲਹਿਣਾ ਜੀ ਤੁਸੀਂ ਚੜੋ, ਸਤਵਚਨ ਜੀ। ਭਾਈ ਲਹਿਣੇ ਖੇਸ ਵਿਛਾਇਆ, ਦਰਖਤ 'ਚ ਹਿਲਾਉਂਦਾ, ਭਾਂਤ ਭਾਂਤ ਦੀਆਂ ਮਠਿਆਈਆਂ ਡਿੱਗੀ ਜਾਂਦੀਆਂ। ਜਦੋਂ ਖੇਸ ਭਰ ਗਿਆ ਮਠਿਆਈਆਂ ਨਾਲ, ਗੁਰੂ ਮਹਾਰਾਜ ਕਹਿੰਦੇ ਭਾਈ ਲਹਿਣਾ ਜੀ ਹੇਠਾਂ ਉਤਰੋ। ਕਹਿੰਦੇ ਲਓ ਸੰਗਤ ਜੀ, ਅੱਜ ਰੋਟੀ ਦੀ ਲੋੜ ਹੀ ਨਹੀਂ, ਆਹ ਮਠਿਆਈਆਂ ਖਾ ਲਓ ਅਤੇ ਬਾਕੀ ਫਿਰ ਪੰਡ ਬੰਨ੍ਹ ਕੇ ਉੱਥੇ ਲੈ ਚੱਲ ਧਰਮਸ਼ਾਲਾ 'ਚ ਖਵਾਵਾਂਗੇ। ਗਿਆਨ ਨਹੀਂ ਸੀ कि गुरु नानक कोई साधारण व्यक्ति नहीं, बस जो कहते बस। रेठे ने दरख्त है, जोगी भी बैठे ने। मर्दाना जी, बाबा जी भुख लगी, कहते रेठे खा लै। कहते क्यों मैनू मारना? रेठे कौड़े होंदे, आज नहीं पता कपड़े धोंदे ने ਉਹਦੇ ਨਾਲ। ਕਹਿੰਦੇ ਕਿਉਂ ਬਾਬਾ ਜੀ, ਮਾਰਨ 'ਤੇ ਮੈਨੂੰ ਲੱਗੇ ਹੋ। ਕਹਿੰਦੇ ਮਰਦਾਨਾ ਜੀ ਖਾ ਕੇ ਤਾਂ ਦੇਖੋ। ਅੱਧੇ ਦਰਖਤ ਵੱਲ ਨਿਗਾਹ ਕੀਤੀ ਗੁਰੂ ਨਾਨਕ ਦੇਵ ਜੀ ਨੇ, ਅੱਧੇ ਦਰਖਤ ਦੇ ਰੇਠੇ ਮਿੱਠੇ ਕਰਤੇ। ਜਦੋਂ ਖਾਧੇ ਕਹਿੰਦਾ ਆਹਾ ਬਹੁਤ ਸਵਾਦ ਨੇ, ਬਹੁਤ ਸਵਾਦ ਨੇ। ਬਾਕੀ ਅੱਧੇ ਦੇ ਕੌੜੇ ਹੀ ਰਹਿਣ ਦੇ, ਤਾਂ ਕੋਈ ਇਹ ਨਾ ਕਹੇ ਵੀ ਤਾਂ ਦਰਖਤ ਹੀ ਮਿੱਠਾ ਸੀ ਜੀ। ਅੱਧੇ ਦੇ ਕੌੜੇ ਹੀ ਰਹਿਣ ਤੇ ਤਾਂ ਗੁਰੂ ਨਾਨਕ ਦੇਵ ਜੀ ਅੱਖਾਂ 'ਚ ਸ਼ਕਤੀ ਹੀ ਇੰਨੀ ਸੀ, ਨਾਮ ਹੀ ਇੰਨਾ ਸੀ ਵੀ ਜਿੱਧਰ ਵੇਖਦੇ ਸੀ ਉੱਧਰ ਹੀ ਕਲਿਆਣ ਕਰਦੇ ਜਾਂਦੇ ਸਨ। ਜੋ ਬੋਲ ਦਿੰਦੇ ਸਨ ਸੱਚ ਹੋ ਜਾਂਦਾ ਸੀ ਬਸ। ਕਿਉਂ? ਰਸਨਾ 'ਤੇ ਪ੍ਰਮਾਤਮਾ ਬਹਿ ਗਿਆ ਸੀ, ਰਸਨਾ 'ਤੇ ਪ੍ਰਮਾਤਮਾ ਬਹਿ ਗਿਆ ਸੀ। ਹੁਣ ਪ੍ਰਮਾਤਮਾ ਬੋਲੇਗਾ ਅਤੇ ਫਿਰ ਕਿਹੜੀ ਨਾ ਹੋਏਗੀ ਜੀ। ਸੋ ਇਸ ਲਈ ਜੇ ਹੁਕਮ ਸਿੱਖਣਾ, ਹੁਕਮ ਕਿਵੇਂ ਮੰਨੀਦਾ, ਉਹ ਫਿਰ ਗੁਰੂ ਅੰਗਦ ਦੇਵ ਮਹਾਰਾਜ ਦਾ ਜੀਵਨ ਪੜ੍ਹਨਾ ਪੈਣਾ। ਫਿਰ ਪਤਾ ਲੱਗੂ ਵੀ 7 ਸਾਲ ਕਿਵੇਂ ਉਹਨਾਂ ਨੇ ਹੁਕਮ ਮੰਨਿਆ। 7 ਸਾਲ ਹੀ ਰਹੇ, 1532 ਤੋਂ ਲੈ ਕੇ 1539 ਈਸਵੀ ਤੱਕ 7 ਸਾਲ ਰਹੇ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਕੋਲ। ਕੋਈ ਬੋਲ ਕੇ ਦੇਖੀ, ਮਨ 'ਚ ਵੀ ਕਿੰਤੂ ਪਰੰਤੂ ਨਹੀਂ ਕੀਤਾ। ਇੰਨਾ ਵਿਸ਼ਵਾਸ ਗੁਰੂ ਨਾਨਕ 'ਤੇ ਕਿ ਗੁਰੂ ਨਾਨਕ ਵਿਅਕਤੀ ਨਹੀਂ ਹੈ, ਇਹ ਤਾਂ ਰੱਬ ਹੈ। ਰੱਬ ਗੁਰ ਪਰਮੇਸ਼ਰ ਇੱਕੋ ਜਾਣ, ਬਾਣੀ 'ਚ ਲਿਖਿਆ ਗੁਰੂ ਅਤੇ ਪਰਮੇਸ਼ਰ ਨੂੰ ਇੱਕੋ ਸਮਝਣਾ, ਦੋਨਾਂ 'ਚ ਕੋਈ ਫਰਕ ਨਹੀਂ ਹੈਗਾ। ਸੋ ਇਸ ਲਈ ਮਹਿਲਾ ਦੂਜਾ, ਦੂਸਰੇ ਪਾਤਸ਼ਾਹ ਦੀ ਬਾਣੀ ਹੈ। ਇਹ ਜਗ ਸੱਚੈ ਕੀ ਹੈ ਕੋਸ਼ੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੇ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਪੇ ਆਖ ਨ ਜਾਪਈ, ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਏ, ਜਾ ਕੋ ਆਪ ਕਰੇ ਪ੍ਰਗਾਸ। ਜਾ ਕੋ ਪੜ੍ਹਨੇ ਨੂੰ ਜਾਂ ਕੋ ਨਹੀਂ ਪੜ੍ਹ ਦੇਣਾ, ਜਾ ਕੋ। ਜਦੋਂ ਜਾ ਤੋਂ ਬਾਅਦ ਕਾ, ਕੇ, ਕੀ, ਕਉ, ਕੀਆਂ, ਸਿਉਂ ਇਹ ਸ਼ਬਦ ਲੱਗੇ ਹੋਣ, ਉਹਦੇ ਬਿਨਾਂ ਬਿੰਦੀ ਤੋਂ ਪੜ੍ਹਿਆ ਜਾਂਦਾ। ਜਾ ਕਾ, ਜਾ ਕੀ, ਜਾ ਕੀਆਂ, ਜਾ ਸਿਉਂ, ਜਾ ਕਉ, ਇਹ ਸਭ ਬਿਨਾਂ ਬਿੰਦੀ ਤੋਂ ਪੜ੍ਹਿਆ ਜਾਂਦਾ। ਹਾਂ ਜੇ ਕਾ, ਕੇ, ਕੀ, ਕਉ ਨਹੀਂ ਲੱਗਾ, ਫਿਰ ਇਸਨੂੰ ਜਾਂ ਪੜ੍ਹ ਦੇਣਾ। ਜਾ ਦਾ ਮਤਲਬ ਹੁੰਦਾ ਜਿਹੜਾ, ਜਿਸ ਦਾ। ਇਹ ਜਗ ਸੱਚੈ ਕੀ ਹੈ ਕੋ, ਸੱਚੈ ਪਰਮਾਤਮਾ ਦੀ। ਇਹ ਜਿਹੜਾ ਸੰਸਾਰ ਹੈ ਨਾ, ਇਹ ਪਰਮਾਤਮਾ ਦੇ ਰਹਿਣ ਲਈ ਕੋਠੀ ਹੈ। ਸਤਿਕਾਰ ਵਜੋਂ ਕੋਠੜੀ ਕਿਹਾ। ਕੋਠੜੀ ਤੋਂ ਛੋਟੀ ਤਾਂ ਨਹੀਂ ਸਮਝਦੇ। ਜੇ ਪੰਚਮ ਪਾਠ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਇੱਥੇ ਸਿੱਖੜਾ ਦਾ ਮਤਲਬ ਪਿਆਰਾ ਸਿੱਖ। ਅੱਜ ਕੱਲ੍ਹ ਕਿਸੇ ਨੂੰ ਕਹਿ ਦਿਓ ਆ ਵੀ ਸਿਖੜਿਆ, ਅਗਲਾ ਧੋਣੋਂ ਫੜ ਲੇਗਾ। ਤੈਨੂੰ ਬੋਲਣ ਦਾ ਚੱਜ ਨਹੀਂ, ਮੈਨੂੰ ਸਿਖੜਾ ਕਹਿਣਾ। ਅਤੇ ਉਹ ਜੋ ਕਹੇਗਾ ਭਾਈ ਗੁਰਬਾਣੀ 'ਚ ਲਿਖਿਆ, ਗੁਰਬਾਣੀ ਤਾਂ
ਪੰਚਮ ਪਾਸ਼ੇ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਵੀ ਮੈਨੂੰ ਕੋਈ ਗੁਰੂ ਦਾ ਸਿੱਖ ਦਿਸਦਾ ਮੈਂ ਝੁਕ ਝੁਕ ਕੇ ਉਹਦੇ ਪੈਰੀਂ ਲੱਗਦਾ ਹਾਂ। ਅੱਜ ਕਿਤੇ ਪੈਰੀਂ ਲੱਗੋ ਤੇ ਟੋਕੀ ਜਾਣਗੇ ਲੋਕ, ਉਹ ਪੈਰੀਂ ਨਹੀਂ, ਮੱਥੇ ਨਹੀਂ ਟੇਕੀ ਦੇ ਹੁੰਦੇ। ਮੱਥੇ ਨਹੀਂ ਟੇਕੀ ਦੇ ਸਾਧੂਆਂ ਨੂੰ ਫਤਿਹ ਬੁਲਾਈ ਦੀ ਹੈ, ਐਂ ਕਹਿਣਗੇ। ਬਾਣੀ ਪੜ੍ਹਨ ਵਾਲੇ ਵੀ ਐਂ ਕਹਿੰਦੇ। ਹੈਰਾਨੀ ਦੀ ਗੱਲ ਤਾਂ ਉਦੋਂ ਹੈ ਬਈ ਪੰਚਮ ਪਾਤਸ਼ਾਹ ਕਹਿੰਦੇ ਜਿਹੜਾ ਮੈਨੂੰ ਗੁਰਸਿੱਖ ਦਿਸਦਾ ਮੈਂ ਉਹਦੇ ਚਰਨੀ ਲੱਗਣ ਨੂੰ ਤਿਆਰ ਹਾਂ। ਗੁਰੂ ਆਪ ਗੁਰੂ ਇੰਨੀ ਮਹਾਨਤਾ ਆਪਣੇ ਗੁਰਸਿੱਖ ਨੂੰ ਦਿੰਦੇ ਨੇ, ਅਤੇ ਅਸੀਂ ਕਹਿੰਦੇ ਨਹੀਂ ਉਹ ਮੱਥਾ ਨਹੀਂ ਟੇਕੀਦਾ, ਪੈਰੀਂ ਅਸੀਂ ਫਤਿਹ ਬੁਲਾਈ ਦੀ ਹੈ। ਭਲੇ ਮਾਨਸੋ, ਫਤਿਹ ਨਾਲ ਨਾ ਅਸੀਸ ਨਹੀਂ ਮਿਲਦੀ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਅੱਛਾ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਚ ਅਸੀਸ ਤਾਂ ਮਿਲੀ ਕੋਈ ਨਾ। ਅਸੀਸ ਤਾਂ ਝੁਕਣ ਨਾਲ ਹੀ ਮਿਲੇਗੀ। ਖਲੋ ਕੇ ਕਹਿ ਦਿਓ ਗੁਰੂ ਮਹਾਰਾਜ ਨੂੰ, ਮੱਥਾ ਨਾ ਟੇਕ ਖਲੋ ਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਗੁਰੂ ਮਹਾਰਾਜ ਕੇ ਅੱਛਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਅਸੀਸ ਤਾਂ ਮਿਲੀ ਨਾ। ਜਦੋਂ ਮੱਥਾ ਟੇਕੂ ਨਾ ਫਿਰ ਹੀ ਗੁਰੂ ਮਹਾਰਾਜ ਸਿਰ 'ਤੇ ਹੱਥ ਰੱਖਣਗੇ ਨਾ। ਆਪਾਂ ਨੂੰ ਦਿਸਦਾ ਨਹੀਂ ਹੈਗਾ, ਜਿਹਨੂੰ ਮੱਥਾ ਟੇਕਿਆ ਜ਼ਰੂਰ ਸਿਰ 'ਤੇ ਹੱਥ ਰੱਖਦਾ, ਅਸੀਸ ਦਿੰਦਾ, ਜਿਉਂਦਾ ਰਹੇ ਵਸਦਾ ਰਹੇ, ਤੇਰੀ ਇੱਛਾ ਪੂਰੀ ਹੋਵੇ, ਜੋ ਵੀ ਹੈ। ਸੋ ਇਹ ਪਰਮਾਤਮਾ ਦੀ ਕੋਸ਼ੜੀ ਹੈ, ਰਹਿਣ ਲਈ ਘਰ ਹੈ ਪਏ ਪਰਮਾਤਮਾ ਜੱਗ ਜਿਹੜਾ ਸੱਚੇ ਕਾ ਵਿੱਚ ਵਾਸ, ਇਹਦੇ ਪਰਮਾਤਮਾ ਵਸਦਾ। ਇਹ ਸੰਸਾਰ ਜਿਹੜਾ ਨਾ ਇਹ ਪਰਮਾਤਮਾ ਦੇ ਰਹਿਣ ਲਈ ਕੋਠੜੀ ਹੈ, ਕੋਠੀ ਹੈ, ਇਹਦੇ ਰੱਬ ਵਸਦਾ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਮੈਨੇ ਕਈਆਂ ਨੂੰ ਆਪਣੇ ਹੁਕਮ ਅਨੁਸਾਰ ਆਪਣੇ ਨਾਲ ਮਿਲਾ ਲੈਂਦਾ। ਸਮਾ ਲੈਣਾ, ਆਪਣੇ ਵਿੱਚ ਸਮਾ ਲੈਂਦਾ, ਆਪਣੇ ਨਾਲ ਮਿਲਾ ਲੈਂਦਾ। ਇੱਕ ਨਾ ਹੁਕਮੇ ਕਰੇ ਵਿਨਾਸ਼, ਵਿਨਾਸ਼ ਨੇ ਬਰਬਾਦ ਕਰ ਦੇਣਾ, ਨਾਸ਼ ਕਰ ਦੇਣਾ। ਅਤੇ ਕਈਆਂ ਦਾ ਆਪਣੇ ਹੁਕਮ ਨਾਲ ਨਾਸ਼ ਕਰ ਦਿੰਦਾ ਹੈ। ਕਈਆਂ 'ਤੇ ਆਪਣੇ ਨਾਲ ਮਿਲਾ ਲੈਂਦਾ ਅਤੇ ਕਈਆਂ ਨੂੰ ਕਹਿੰਦਾ ਦਫਾ ਹੋ। ਕਿਉਂ? ਉਹ ਆਖੇ ਨਹੀਂ ਲੱਗਦੇ। ਇੱਕ ਤਾਂ ਪਰਮਾਤਮਾ ਦੀ ਭਜਨ ਬੰਦਗੀ ਕਰਦਾ, ਉਹ ਹੈ ਪਰਮਾਤਮਾ ਦਾ ਭਗਤ, ਅਤੇ ਪਰਮਾਤਮਾ ਦੇ ਭਗਤ ਵੱਛਲ। ਪਰਮਾਤਮਾ ਨੂੰ ਕਹਿੰਦੇ ਗੁਰਬਾਣੀ ਲਿਖਿਆ ਭਗਤ ਵੱਛਲ। ਜਿਹੜਾ ਭਗਤੀ ਕਰਦਾ ਨਾ ਪਰਮਾਤਮਾ ਨੂੰ ਪਿਆਰ ਕਰਦਾ ਹੈ, ਉਹਨੂੰ ਪਿਆਰ ਕਰਦਾ। ਅਤੇ ਜਿਹਨੂੰ ਕੋਈ ਪਿਆਰ ਕਰੇ ਉਹਨੂੰ ਆਪਣੇ ਗਲ ਨਾਲ ਲਾਉਂਦਾ ਨਾ। ਦੁਸ਼ਮਣ ਨੂੰ ਆਪਣੇ ਗਲ ਨਾਲ ਨਹੀਂ ਕੋਈ ਲਾਉਂਦਾ। ਦੁਸ਼ਮਣ ਨੂੰ ਤਾਂ ਸਾਲਾ ਮਾਰਨ ਦੀ ਕੋਸ਼ਿਸ਼ ਕਰਦਾ, ਮਾਰੋ ਇਹਨੂੰ ਕਹਿੰਦੇ। ਇਸ ਲਈ ਕਈਆਂ ਨੂੰ ਆਪਣੇ ਹੁਕਮ ਅਨੁਸਾਰ ਆਪਣੇ ਨਾਲ ਮਿਲਾ ਲੈਂਦਾ ਅਤੇ ਕਈਆਂ ਨੂੰ ਨਾਸ਼ ਕਰ ਦਿੰਦਾ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਦਾ ਤਾਂ ਮਾਇਆ 'ਚ ਹੀ ਨਿਵਾਸ ਰਹਿੰਦੇ, ਬਸ ਮਾਇਆ ਕਮਾਉਣ ਦੇ ਲੱਗੇ ਰਹਿੰਦੇ ਨੇ, ਭਜਨ ਬੰਦਗੀ ਕਰਦੇ ਹੀ ਨਹੀਂ ਹੈਗੇ। ਅਤੇ ਕਈਆਂ ਨੂੰ ਪਰਮਾਤਮਾ ਆਪਣੇ ਭਾਣੇ ਅਨੁਸਾਰ, ਆਪਣੇ ਹੁਕਮ ਅਨੁਸਾਰ ਮਾਇਆ ਦੇ ਵਿੱਚੋਂ ਕੱਢ ਲੈਂਦਾ ਅਤੇ ਭਜਨ ਬੰਦਗੀ ਵਾਲੇ ਪਾਸੇ ਲਾ ਦਿੰਦਾ ਹੈ। ਕਈ ਤਾਂ ਮਾਇਆ 'ਚ ਹੀ ਲੱਗੇ ਰਹਿੰਦੇ ਨੇ, ਉਹਨੂੰ ਟਾਈਮ ਹੀ ਨਹੀਂ, 16 ਘੰਟੇ ਕੰਮ ਕਰਦੇ ਰਹਿੰਦੇ ਨੇ, ਮਾਇਆ ਕਮਾਉਂਦੇ ਨੇ। ਹੋਰ ਡਾਲਰ ਕਮਾ ਲਓ, ਹੋਰ ਪੌਂਡ ਕਮਾ ਲਓ, ਹੋਰ ਪੈਸੇ ਕਮਾ ਲਓ। ਕਿਉਂ? ਉਹ ਪੈਸੇ ਕਮਾਉਣ ਹੀ ਐਕਚੁਅਲੀ ਬਾਹਰ ਗਏ ਹੋਏ ਨੇ। ਅੱਜ ਜਿੰਨੇ ਲੜਕੇ ਲੜਕੀਆਂ ਵਿਦੇਸ਼ ਜਾ ਰਹੇ ਨੇ, ਮੁੱਖ ਉਦੇਸ਼ ਮਾਇਆ ਕਮਾਉਣਾ ਹੈ। ਇੱਕ ਨੂੰ ਮੈਂ ਕਿਹਾ ਤੂੰ ਇੰਨੇ ਘੰਟੇ, ਕਹਿੰਦਾ ਇੱਥੇ ਵਿਹਲੇ ਦਾ ਜੀਅ ਨਹੀਂ ਲੱਗਦਾ ਜੀ, ਇੱਥੇ ਕੋਈ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਜੀ, ਫਿਰ ਵਿਹਲੇ ਰਹਿ ਕੇ ਕੀ ਕਰੀਏ? ਇਹਦੇ ਫਿਰ ਕੰਮ 'ਚ ਲੱਗੇ ਰਹਿੰਦੇ, ਥੱਕ ਟੁੱਟ ਗਏ, ਬਸ ਆ ਕੇ ਰੋਟੀ ਪਾਣੀ ਖਾ ਕੇ ਬਹਿ ਗਏ। ਉਹ ਤਾਂ ਰੋਟੀ ਪਾਣੀ ਘੱਟ ਹੀ ਪਕਾਉਂਦੇ ਨੇ ਘਰਾਂ 'ਚ, ਬਣਿਆ ਬਣਾਇਆ ਸਭ ਕੁਛ ਮਿਲਦਾ। ਮੈਨੂੰ ਤਾਂ ਕੱਲ੍ਹ ਪਰਸੋਂ ਪਤਾ ਲੱਗਿਆ ਵੀ ਕੋਹਲੀ ਸਵੀਟਸ ਵਾਲੇ ਕੋਲ ਪੱਕੀਆਂ ਪਕਾਈ ਰੋਟੀਆਂ ਮਿਲਦੀਆਂ। ਮੈਂ ਤਾਂ ਸਮਝਿਆ ਕਿ ਮਠਿਆਈਆਂ ਮਿਲਦੀਆਂ ਨੇ, ਉੱਥੇ ਰੋਟੀਆਂ ਮਿਲਦੀਆਂ। 10 ਸਾਲਾਂ ਨੂੰ ਕਿਸੇ ਘਰ ਰੋਟੀ ਬਣਾਉਣੀ ਕੋਈ ਨਹੀਂ, ਕਾਕਾ ਲੈ ਪੈਸੇ ਲਿਆਈ ਜਰਾ, ਉੱਥੇ ਰੋਟੀਆਂ ਫੜ ਕੇ ਲਈ ਬਜ਼ਾਰੋਂ। ਹੁਣ ਤਾਂ ਕਾਕਾ ਭੇਜਣ ਦੀ ਲੋੜ ਹੀ, ਟੈਲੀਫੋਨ ਕਰੋ ਆਪ ਹੀ ਘਰ ਆ ਕੇ ਦੇ ਜਾਂਦੇ ਨੇ। ਐਂ ਗਰਮ ਹੁੰਦਾ, ਇੰਨੇ ਮਿੰਟਾਂ ਦੇ ਵਿੱਚ ਤੁਸੀਂ ਪਹੁੰਚਣਾ। ਉਹ ਵੱਡੇ ਮੋਟਰਸਾਈਕਲ ਮਗਰ ਡੱਬੇ 'ਚ ਟੰਗੇ ਦੇ ਨੇ ਆਹ ਵੱਡੇ ਸਾਰੇ, ਬਸ ਉਹ 'ਚ ਲੰਗਰ ਹੀ ਹੁੰਦਾ।
ਆਰਡਰ ਦਿਓ, ਇੰਨੇ ਬੰਦਿਆਂ ਦਾ ਭੇਜ ਦਿਓ, ਆਹ ਦਾਲ, ਆਹ ਸਬਜ਼ੀ, ਆਹ ਸਲਾਦ, ਆਹ ਖੀਰ, ਜੋ ਦਹੀਂ, ਜੋ ਤੁਹਾਨੂੰ ਚਾਹੀਦਾ ਹੈ ਉਹਨਾਂ ਨੂੰ ਭੇਜ ਦਿਓ। ਤਾਂ ਕਿੰਨੇ ਵਜੇ ਚਾਹੀਦਾ ਜੀ? 12:10 'ਤੇ ਚਾਹੀਦਾ ਜੀ। 12:10 'ਤੇ ਆ ਕੇ ਬੈਲ ਖੜਕਾ ਦੇਣਗੇ, ਲਓ ਜੀ। ਇਹ ਨਹੀਂ 12:09 ਜਾਂ 11 'ਤੇ ਆਉਣਗੇ ਨਾ, 12:10 ਗਿਆ, 12:10 'ਤੇ ਆ ਕੇ ਬੈਲ ਵਜੇ, ਲਓ ਜੀ ਖਾਓ ਜੀ। ਇੱਕ ਸਮਾਂ ਆਉਣਾ ਜਿਵੇਂ ਬਾਹਰਲੇ ਦੇਸ਼ਾਂ ਘਰ ਕੋਈ ਨਹੀਂ ਰੋਟੀਆਂ ਪਕਾਉਂਦਾ, ਸਭ ਬਾਹਰ ਨੇ। ਐਂ ਇੱਥੇ ਵੀ ਹੌਲੀ ਹੌਲੀ ਘਰ ਪਕਾਉਣੇ ਬੰਦ ਕਰ ਦੇਣੇ। ਜੇ ਕੱਲ੍ਹ ਮੈਂ ਕਿਹਾ ਸੀ, ਉਹ ਕੁੜੀ ਕਹਿੰਦੀ ਆਪਣੀ ਸੱਸ ਨੂੰ, ਕਹਿੰਦੇ ਮੈਂ ਤਾਂ ਰੋਟੀਆਂ ਪਕਾਉਣ ਆਈ ਹਾਂ। ਐਂ ਕਿਹਾ ਕਰਨਾ, ਤਿਆਰ ਰਹੋ ਬਸ। ਅੱਜ ਜਿਹੜੇ ਕੁਆਰੇ ਬੈਠੇ 2-4 ਤਿਆਰ ਰਹੋ, ਲਿਆ ਕੇ ਖਾਣੀ ਪਿਆ ਕਰਨੀ ਹੈ। ਜਾਂ ਕਹਿੰਦਾ ਚੱਲ ਚੱਲੀਏ ਫਿਰ ਹੋਟਲ ਤੋਂ ਖਾਈਏ। ਉਹਨੇ ਕਹਿਣਾ ਮੇਰੇ ਤੋਂ ਨਹੀਂ ਰੋਟੀ ਪੱਕਦੀਆਂ, ਮੇਰੇ ਤੋਂ ਨਹੀਂ ਕੱਪੜੇ ਧੋਤੇ ਜਾਂਦੇ। ਆ ਰਿਹਾ ਸਮਾਂ, ਦੇਖ ਮਰਦਾਨਿਆਂ ਰੰਗ ਕਰਤਾਰ ਦੇ, ਦੇਖਦੇ ਚੱਲੋ। ਸੋ ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਤਾਂ ਆਪਣੀ ਇੱਛਾ ਅਨੁਸਾਰ ਮਾਇਆ 'ਚ ਬਾਹਰ ਕਰ ਲੈਂਦਾ, ਭਜਨ ਬੰਦਗੀ ਵਾਲੇ ਪਾਸੇ ਲਾ ਦਿੰਦਾ, ਅਤੇ ਕਈਆਂ ਨੂੰ ਕਹਿੰਦਾ ਚੰਗੇ ਲੱਗੇ ਰਹੋ, ਮਾਇਆ 'ਚ ਹੀ ਰਹੋ, ਕਮਾਈ ਜੋ ਮਾਇਆ। ਇਹ ਪਿਆਖ ਨਾ ਜਾਪੇ ਜੇ ਕਿਸੇ ਆਣੇ ਰਾਸ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਨੂੰ ਜਿਹੜਾ ਹੈ ਆਪਣੇ ਕੋਲ ਬੁਲਾਏਗਾ, ਕਿਸ ਦੇ ਜੀਵਨ ਨੂੰ ਰਾਸ ਕਰੇਗਾ, ਕਿਸ ਦੇ ਜੀਵਨ ਨੂੰ ਸਵਾਰੇਗਾ, ਕਿਸ ਨੂੰ ਆਪਣੇ ਕੋਲ ਬੁਲਾਏਗਾ। ਇਹ ਵੀ ਅਜੇ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਉਹਦੀ ਮਰਜ਼ੀ ਹੈ, ਇਹ ਉਹਦੀ ਮਰਜ਼ੀ ਹੈ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਕੋਈ ਗੁਰਮੁਖ ਜਿਹੜਾ ਹੈ ਉਹੀ ਜਾਣ ਸਕਦਾ ਇਹ ਗੱਲਾਂ। ਕਿਹੜਾ ਗੁਰਮੁਖ? ਜਾ ਕੋ ਜਿਸ ਨੂੰ ਆਪ ਕਰੇ ਪ੍ਰਗਾਸ। ਪ੍ਰਗਾਸ ਹੁੰਦਾ ਚੰਨ ਭਵ ਗਿਆਨ। ਜਿਸ ਨੂੰ ਪਰਮਾਤਮਾ ਆਪ ਗਿਆਨ ਦਿੰਦਾ ਹੈ ਨਾ, ਕਿ ਉਸ ਨੂੰ ਹੀ ਸਮਝ ਆਉਂਦੀ ਹੈ ਕਿ ਪਰਮਾਤਮਾ ਦੀ ਇੱਕ ਕੋਠੜੀ ਹੈ, ਪਰਮਾਤਮਾ ਦੇ ਵਿੱਚ ਰਹਿੰਦਾ ਹੈ। ਕਈਆਂ ਨੂੰ ਆਪਣੇ ਹੁਕਮ ਨਾਲ ਆਪਣੇ ਨਾਲ ਮਿਲਾ ਲੈਂਦਾ ਹੈ, ਕਈਆਂ ਨੂੰ ਨਾਸ ਕਰ ਦਿੰਦਾ ਹੈ, ਕਈਆਂ ਨੂੰ ਮਾਇਆ ਦੇ ਵਿੱਚ ਲਾਈ ਰੱਖਦਾ ਹੈ, ਕਈਆਂ ਨੂੰ ਕਿਰਪਾ ਕਰਕੇ ਮਾਇਆ 'ਚੋਂ ਬਾਹਰ ਕੱਢ ਲੈਂਦਾ ਹੈ। ਪਰ ਫਿਰ ਵੀ ਨਹੀਂ ਪਤਾ ਕਿ ਕਿਸ ਦੇ ਜੀਵਨ ਨੂੰ ਰਾਸ ਕਰੇਗਾ, ਕਿਸ ਨੂੰ ਸਵਾਰੇਗਾ। ਇਹ ਉਹਨੂੰ ਹੀ ਪਤਾ ਲੱਗਦਾ ਹੈ ਜੋ ਗੁਰਮੁਖ ਹੁੰਦਾ। ਨਾਨਕ ਗੁਰਮੁਖ ਜਾਣੀਏ। ਜੋ ਗੁਰਮੁਖ ਹੁੰਦਾ ਹੈ ਸਿਰਫ ਉਸੇ ਨੂੰ ਹੀ ਪਤਾ ਹੁੰਦਾ। ਕਿਉਂ? ਜਾ ਕੋ ਆਪ ਕਰੇ ਪ੍ਰਗਾਸ। ਕਿਉਂਕਿ ਜਿਸ 'ਤੇ ਆਪ ਪਰਮਾਤਮਾ ਕਿਰਪਾ ਕਰਕੇ ਗਿਆਨ ਦਿੰਦਾ ਨਾ, ਜਿਹਨੂੰ ਪ੍ਰਗਾਸ, ਪ੍ਰਕਾਸ਼, ਪ੍ਰਕਾਸ਼ ਮਨੇ ਗਿਆਨ, ਜਿਹਨੂੰ ਪਰਮਾਤਮਾ ਆਪ ਗਿਆਨ ਦਿੰਦਾ ਉਸਨੂੰ। ਪੌੜੀ। ਨਾਨਕ ਜੀ ਉਪਾਇ ਕੈ ਲਿਖ ਨਾਮੈ ਧਰਮ ਬਹਾਲਿਆ। ਉਥੈ ਸੱਚੇ ਹੀ ਸੱਚ ਨਿਬੜੈ ਚੁਨ ਵਖ ਕੱਢੇ ਜਜ਼ਮਾਲਿਆ। ਇਹਨੂੰ ਜਜ਼ਮਾਲਿਆ ਨਹੀਂ ਪੜ੍ਹਨਾ, ਜਜ਼ਮਾਲਿਆ। ਜਜ਼ ਜੱਜੇ ਦੇ ਪੈਰ 'ਚ ਬਿੰਦੀ। ਜਜ਼ਮਾਲਿਆ ਕੋੜੀ ਹੁੰਦੇ, ਜਿਹਨਾਂ ਕੋੜ ਹੋ ਜਾਂਦਾ, ਇੱਥੇ ਪਾਪੀ। ਇਹਨੂੰ ਜਜ਼ਮਾਲਿਆ ਨਹੀਂ ਪੜ੍ਹਨਾ, ਜਜ਼ਮਾਲਿਆ। ਫਾਰਸੀ ਦਾ ਸ਼ਬਦ ਹੈ ਜਜ਼, ਪਹਿਲਾ ਜੱਜਾ, ਦੂਜੇ ਜੱਜੇ ਦੇ ਪੈਰ 'ਚ ਬਿੰਦੀ। ਜਜ਼ਮਾਲਿਆ ਕੋਹੜੀ, ਕਈਆਂ ਨੂੰ ਕੋੜ ਹੋਇਆ ਨਾ, ਪਾਪੀ। ਉਥੈ ਸੱਚੇ ਹੀ, ਇੱਥੇ ਰੁਕਣਾ। ਉਥੈ ਸੱਚੇ ਹੀ ਸੱਚ ਨਿਬੜੈ ਚੁਨ ਵਖ ਕੱਢੇ ਜਜ਼ਮਾਲਿਆ। ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੈ ਦੋਜ਼ਕ ਚਾਲਿਆ। ਦੋਜ਼ਕ ਫਾਰਸੀ ਦਾ ਸ਼ਬਦ ਹੈ ਦੋਜ਼ਖ। ਦੱਦੇ ਨੂੰ ਹੋੜਾ, ਜੱਜੇ ਦੇ ਪੈਰ 'ਚ ਬਿੰਦੀ, ਖੱਖਾ, ਖੱਖੇ ਦੇ ਪੈਰ 'ਚ ਬਿੰਦੀ, ਖੱਖਾ। ਦੋਜ਼ਖ ਉਸ ਤੋਂ ਪੰਜਾਬੀ 'ਚ ਬਣਾ ਲਿਆ ਦੋਜ਼ਕ, ਨਰਕ ਨੂੰ ਕਹਿੰਦੇ। ਜਿਵੇਂ ਬਹਿਸ਼ਤ, ਉਸ ਤੋਂ ਛੋਟਾ ਬਣਾ ਲਿਆ ਪਿਸ਼ਤ। ਬਹਿਸ਼ਤ ਫਾਰਸੀ ਦਾ ਸ਼ਬਦ ਹੈ ਸਵਰਗ, ਉਹ ਤੋਂ ਗੁਰਬਾਣੀ ਛੋਟਾ ਬਣਾਇਆ ਪਿਸ਼ਤ। ਭੱਬੇ ਨੂੰ ਸਾਰੀ ਸੱਸਾ ਤੱਤਾ ਬਣਾਇਆ ਪਿਸ਼ਤ, ਬਹਿਸ਼ਤ। ਇਸ ਤਰ੍ਹਾਂ ਦੋਜ਼ਖ ਤੋਂ ਬਣਾ ਲਿਆ ਦੋਜ਼ਕ, ਨਰਕ। ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੈ ਦੋਜ਼ਕ ਚਾਲਿਆ। ਤੇਰੇ ਨਾਏ ਰੱਤੇ ਸੇ ਜਿਣ ਗਏ
ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਕਹਿੰਦੇ ਇਹ ਨਾਨਕ ਜੀ ਉਪਾਇ ਕੇ, ਪਰਮਾਤਮਾ ਨੇ ਜੀਵ ਪੈਦਾ ਕੀਤੇ, ਲਿਖ ਨਾਮੈ ਧਰਮ ਬਹਾਲਿਆ। ਉਹਨਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਲਿਖਣਾ ਧਰਮਰਾਜ ਬਿਠਾਤਾ ਪਰਮਾਤਮਾ ਨੇ, ਵੀ ਲੈ ਬਈ ਇਹ ਜਿਹੜੇ ਕਰਮ ਕਰਦੇ ਨੇ ਉਹਦਾ ਹਿਸਾਬ ਕਿਤਾਬ ਤੂੰ ਰੱਖਣਾ। ਨਾਮੈ ਕਰਮਾਂ ਦਾ ਹਿਸਾਬ ਕਿਤਾਬ, ਉਹਨੂੰ ਕਹਿ ਨਾਮੈ। ਨਾਨਕ ਜੀ ਉਪਾਇ ਕੈ, ਜੀ ਬਹੁਵਚਨ, ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਉਹਨਾਂ ਦੇ ਕਰਮਾਂ ਨੂੰ ਲਿਖਣ ਲਈ ਧਰਮਰਾਜ ਨੂੰ ਬਿਠਾਇਆ ਵੀ ਤੂੰ ਇਹਨਾਂ ਦੇ ਕਰਮ ਲਿਖੀ ਚੱਲ, ਕਿੰਨੇ ਚੰਗੇ ਕੀਤੇ ਕਿੰਨੇ ਮਾੜੇ ਕੀਤੇ। ਉੱਥੇ ਸੱਚੇ ਹੀ, ਉੱਥੇ ਸਾਰੇ ਸੱਚੇ ਲੋਕ ਨੇ। ਉੱਥੇ ਧਰਮਰਾਜ ਦੇ ਕੋਲ ਜਿਹੜੇ ਲੋਕ ਰਹਿੰਦੇ ਨੇ ਜਿਹਨਾਂ ਹਿਸਾਬ ਕਿਤਾਬ ਕਰਨਾ, ਉਹ ਸੱਚੇ ਨੇ, ਉਹ ਝੂਠੇ ਨਹੀਂ ਹੈਗੇ। ਮਾਤ ਲੋਕਾਂ ਨੂੰ ਸੱਚੇ ਨੇ ਉਹ। ਉੱਥੇ ਸੱਚੇ ਹੀ, ਸੱਚ ਨਿਬੜੇ ਅਤੇ ਸੱਚ ਦੇ ਅਨੁਸਾਰ ਨਿਬੇੜਾ ਹੁੰਦਾ। ਉੱਥੇ ਗਵਾਹੀਆਂ ਨਹੀਂ ਹੁੰਦੀਆਂ, ਉਹ ਤਾਂ ਝੂਠ ਬੋਲੀ ਜਿਹੜੇ ਗਵਾਹ, ਤਾਂ ਉੱਥੇ ਗਵਾਹੀਆਂ ਨਹੀਂ ਹੁੰਦੀਆਂ। ਉੱਥੇ ਤਾਂ ਪਹਿਲੇ ਲਿਖਿਆ ਗਿਆ ਮੈਂ ਜੋ ਕਰਮ ਕਰ ਰਿਹਾ ਲੋਕਾਂ ਦੇ ਸਾਹਮਣੇ ਜਾਂ ਛੁਪਾ ਕੇ, ਉੱਥੇ ਲਿਖਿਆ ਜਾ ਰਿਹਾ, ਉੱਥੇ ਲਿਖਿਆ ਜਾ ਰਿਹਾ ਮੈਂ ਕੀ ਕੀਤਾ ਅੱਜ, ਉਹ ਲਿਖਿਆ ਗਿਆ ਉੱਥੇ। ਇਸ ਲਈ ਸੱਚ ਦੇ ਅਨੁਸਾਰ ਨਿਬੇੜਾ ਹੁੰਦਾ ਉੱਥੇ। ਚੁਣ ਵੱਖ ਕੱਢੇ ਜਜ਼ ਮਾਲਿਆ, ਅਤੇ ਜਿਹੜੇ ਪਾਪੀ ਨੇ ਉਹਨਾਂ ਨੂੰ ਵੱਖ ਕਰ ਦਿੱਤਾ ਜਾਂਦਾ, ਇੱਕ ਪਾਸੇ ਹੋ ਜਾਓ ਬਈ, ਉਹਨੂੰ ਕਹਿੰਦੇ ਇੱਕ ਪਾਸੇ ਹੋ ਜਰਾ, ਉਹਨਾਂ ਦੀ ਲਾਈਨ ਅੱਡ ਲੱਗੀ ਹੁੰਦੀ ਹੈ। ਫਿਰ ਕੀ ਕਰਦੇ ਨੇ ਉਹਨੂੰ, ਥਾਉ ਨ ਪਾਇਨ ਕੂੜਿਆਰ। ਫਿਰ ਕਿਉਂਕਿ ਉਹਨਾਂ ਪਾਪ ਕੀਤੇ ਉਹਦੇ ਨੇ, ਫਿਰ ਉਹਨਾਂ ਨੂੰ ਪੈਂਦੀ ਕੁੱਟ। ਕੂੜਿਆਰ ਨੇ ਨਾ, ਸਚਿਆਰ ਤਾਂ ਹੈ ਨਹੀਂ। ਫਿਰ ਉਹਨੂੰ ਪੈਂਦੀ ਕੁੱਟ, ਥਾਉ ਨ ਪਾਇਨ, ਫਿਰ ਮੂੰਹ ਲੁਕਾਉਣ ਨੂੰ ਥਾਂ ਨਹੀਂ ਮਿਲਦੀ, ਭੱਜਣ ਨੂੰ ਥਾਂ ਨਹੀਂ ਮਿਲਦੀ, ਲੁਕਣ ਨੂੰ ਥਾਂ ਨਹੀਂ ਮਿਲਦੀ, ਕੁੱਟ ਪੈਂਦੀ ਹੈ ਉਹਦੇ, ਕੁੱਟ ਪਈ। ਥਾਉ ਨ ਪਾਇਨ ਕੂੜਿਆਰ, ਮੂੰਹ ਕਾਲਾ ਦੋਜ਼ਖ ਚੱਲੇ। ਮੂੰਹ ਕਾਲਾ ਕਰਕੇ ਉਹਨਾਂ ਨੂੰ ਨਰਕਾਂ ਲੈ ਜਾਂਦੇ ਨੇ। ਚਲੋ ਜੀ, ਤੁਸੀਂ ਪਾਪ ਕਰਦੇ ਰਹੇ ਹੋ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਜੇ ਪਿੰਡ 'ਚ ਕੋਈ ਮਾੜਾ ਕੰਮ ਕਰਦਾ ਸੀ ਨਾ, ਪੁਲਿਸ ਵਾਲੇ ਨੂੰ ਫੜ ਲੈਂਦੇ ਸਨ, ਉਹਦਾ ਮੂੰਹ ਕਾਲਾ ਕਰਕੇ ਗਧੇ 'ਤੇ ਬਿਠਾ ਲੈਂਦੇ ਸੀ। ਸਾਰੇ ਪਿੰਡ ਦੇ ਵਿੱਚ ਉਹਦਾ ਜਲੂਸ ਕੱਢਦੇ ਹੁੰਦੇ ਸਨ, ਤਾਂ ਜੋ ਅੱਗੇ ਤੋਂ ਕੋਈ ਮਾੜਾ ਕੰਮ ਨਾ ਕਰੇ। ਹੁਣ ਤਾਂ ਕਾਨੂੰਨ ਬਣਾ ਦਿੱਤਾ ਨਾ, ਹੁਣ ਤਾਂ ਜੇ ਕਿਤੇ ਪੁਲਿਸ ਇਸ ਤਰ੍ਹਾਂ ਕਰਦੇ, ਉਲਟਾ ਪੁਲਿਸ 'ਤੇ ਮੁਕੱਦਮਾ ਚੱਲਦਾ ਵੀ ਤੁਸੀਂ ਕੌਣ ਮੂੰਹ ਕਾਲਾ ਕਰਨ ਵਾਲੇ ਅਤੇ ਇਹਦਾ ਜਲੂਸ ਕੱਢਣ ਵਾਲੇ, ਤੁਸੀਂ ਆਪਣਾ ਥਾਣੇ ਰੱਖੋ, ਇਹਦੇ 'ਤੇ ਮੁਕੱਦਮਾ ਚਲਾਓ। ਹਾਲਾਂਕਿ ਕੁੱਟਣ ਦਾ ਵੀ ਕੋਈ ਹੈ ਨਹੀਂ, ਅਧਿਕਾਰ ਹੈ ਨਹੀਂ ਪੁਲਿਸ ਨੂੰ ਕੁੱਟਣ ਦਾ। ਹਾਂ, ਪਹਿਲਾਂ ਲਿਖਤੀ ਰਿਮਾਂਡ ਲੈਣਾ ਪੈਂਦਾ ਉਸ ਤੋਂ, ਰਿਮਾਂਡ ਦਿੰਦਾ ਜੱਜ। ਜੱਜ ਕੁੱਟਣ ਦੀ ਆਗਿਆ ਦਿੰਦਾ, ਫਿਰ ਪੁਲਿਸ ਵਾਲੇ ਕੁੱਟ ਸਕਦੇ ਨੇ, ਪਰ ਪੁਲਿਸ ਵਾਲੇ ਤਾਂ ਪਹਿਲੇ ਕੁੱਟ ਕੱਟ ਕੇ ਰਿਮਾਂਡ ਦੇ ਮਗਰੋਂ ਲੈਂਦੇ ਨੇ। ਇਹ ਤਾਂ ਪਹਿਲਾਂ ਕਟਾਪਾ 1 2 3 ਦਿਨ ਚਾੜਦੇ ਰਹਿੰਦੇ ਨੇ। ਜਦੋਂ ਵਾਲਾ ਸਭ ਕੁਝ ਮੰਨ ਜਾਂਦਾ ਨਾ, ਫਿਰ ਉਹਦਾ ਰਿਮਾਂਡ ਲੈ ਕੇ ਜੀ ਹਫ਼ਤੇ, ਪਤਾ ਸਾਰੇ ਉਹਨੇ ਹਫ਼ਤੇ ਦਾ ਰਿਮਾਂਡ ਮੰਗਦੇ ਨੇ। ਜੱਜ 3 ਕੁ ਦਿਨਾਂ ਦਾ ਦੇ ਦਿੰਦੇ ਨੇ, ਉਹ ਜੱਜ ਸਾਰੇ ਦਿਨ ਦਾ ਨਹੀਂ ਦਿੰਦਾ। ਪੁਲਿਸ ਵਾਲੇ ਇਸ ਲਈ ਜ਼ਿਆਦਾ ਦਾ ਮੰਗਦੇ ਨੇ। ਜਿਵੇਂ ਤੁਸੀਂ ਕੁਰਸੀ ਖਰੀਦਣ ਜਾਓ, ਇਹ 550 ਦੀ ਹੈ ਜੀ, 50 ਰੁਪਏ ਪਹਿਲੇ ਹੀ ਫਾਲਤੂ ਸੀ ਵੀ ਗਾਹਕ ਨੇ 50 ਛਡਾਉਣੇ ਪਹਿਲੇ 50 ਕੇ ਵੱਧ ਕਰ ਦਿਓ। ਹਮੇਸ਼ਾ ਯਾਦ ਰੱਖਿਓ, ਕਦੇ ਪੂਰੇ ਪੈਸੇ 'ਚ ਨਹੀਂ ਤੁਹਾਨੂੰ ਕੀਮਤ ਦੱਸਣਗੇ। ਮੇਜ਼ ਖਰੀਦਣੇ 1150 ਜੀ, ਪਤਾ ਵੀ ਗਾਹਕ ਨੇ 1100 ਦੇਣੇ ਪਹਿਲੇ ਹੀ। ਇਸ ਲਈ ਪੁਲਿਸ ਵਾਲਿਆਂ ਨੂੰ ਪਤਾ ਵੀ ਜਿੰਨੇ ਦਿਨ ਦਾ ਅਸੀਂ ਰਿਮਾਂਡ ਮੰਗੋ ਉਹਨੇ ਦਿਨ ਦਾ ਜੱਜ ਨੇ ਦੇਣਾ ਨਹੀਂ, ਇਸ ਲਈ ਵੱਧ ਮੰਗ ਲਓ, ਵੱਧ ਮੰਗ। ਕੋਈ ਸਮਾਂ ਸੀ, ਇਹ ਜਿਹੜੀ ਚੀਨੀ ਹੈ ਨਾ ਖੰਡ, ਇਹ ਡਿਪੂ ਤੋਂ ਮਿਲਿਆ ਕਰਦੇ ਸੀ। ਵਿਆਹ ਸ਼ਾਦੀ ਵੇਲੇ ਨਾ ਅਰਜ਼ੀ ਦੇਣੀ ਪੈਂਦੀ ਸੀ। ਇੱਕ ਬੰਦੇ ਨੇ, ਕੁੜੀ ਦਾ ਵਿਆਹ ਸੀ, 2 ਮਣ, ਉਦੋਂ ਮਣ ਹੁੰਦੇ ਸਨ, 2 ਮਣ ਚੀਨੀ ਮੰਗੀ, ਮੈਨੂੰ 2 ਮਣ ਚੀਨੀ ਦਿਓ। ਉਹਨੂੰ 20 ਸੇਰ ਦਿੱਤੀ,
80 ਸੇਰ ਮੰਗੀ ਉਹਨੇ, ਉਹਨੂੰ 20 ਸੇਰ ਦਿੱਤੀ। ਉਹਨੂੰ ਨਾ ਫਿਰ ਨਾ ਇੱਕ ਦਿਨ ਪਿਸਤੌਲ ਦੇ ਲਾਇਸੈਂਸ ਲੈਣਾ ਸੀ ਉਹਨੇ। ਉਹ ਗਿਆ ਅਤੇ ਲਿਖਦੇ ਮੈਨੂੰ ਤੋਪ ਦਾ ਲਾਇਸੈਂਸ ਚਾਹੀਦਾ। ਉਹ ਕਹਿੰਦਾ ਤੋਪ? ਕਹਿੰਦਾ ਜੀ ਮੈਂ 2 ਮਣ ਚੀਨੀ ਮੰਗੀ ਸੀ ਅਤੇ ਮੈਨੂੰ 20 ਸੇਰ ਮਿਲੀ। ਹੁਣ ਜੇ ਮੈਂ ਤੋਪ ਦਾ ਲਾਇਸੈਂਸ ਮੰਗਾਂਗਾ ਤਾਂ ਕਿਤੇ ਜਾ ਕੇ ਮੈਨੂੰ ਪਿਸਟਲ ਦਾ ਲਾਇਸੈਂਸ ਮਿਲੇਗਾ, ਮੈਂ ਤਾਂ ਮੰਗਿਆ। ਇਸ ਲਈ ਵੱਧ ਮੰਗਦੇ ਨੇ ਵੀ ਘੱਟ ਮਿਲਣਾ। ਹਾਂਜੀ, ਵੱਧ ਮੰਗ ਲੈਂਦੇ। ਬਾਕੀ ਜੇ ਪੁਲਿਸ ਵਾਲਾ ਕੋਈ ਬੈਠਾ ਤਾਂ ਉਹਨੂੰ ਮੇਰੇ ਤੋਂ ਵੱਧ ਗਿਆਨ ਹੈ। ਇਸ ਤਰ੍ਹਾਂ ਫਿਰ ਪਰਮਾਤਮਾ ਉਹ ਫਿਰ ਜਿਹੜੇ ਪਾਪੇ ਨੂੰ ਅੱਡ ਕਰ ਲੈਂਦੇ। ਆ ਜਾ ਵੀ ਸੱਜਣ, ਥਾਂ ਨਾ ਪਾਇਨ ਕੂੜਿਆਰ, ਇਹ ਝੂਠਿਆਂ ਨੂੰ ਫਿਰ ਜੋ ਕੁੱਟ ਪੈਂਦੀਆਂ ਥਾਂ ਨਹੀਂ ਮਿਲਦਾ ਲੁਕਣ ਨੂੰ। ਮੂੰਹ ਕਾਲਾ ਦੋਜ਼ਖ ਚੱਲਿਆ, ਮੂੰਹ ਕਾਲੇ ਕਰਕੇ ਨਰਕਾਂ ਲੈ ਜਾਂਦੇ ਹਨ। ਤੇਰੇ ਨਾਏ ਰੱਤੇ, ਇਹ ਪਰਮਾਤਮਾ ਜਿਹੜੇ ਤੇਰੇ ਨਾਮ ਨਾਲ ਰੰਗੇ ਗਏ ਨਾ, ਸੇ ਜਿਣ ਗਏ। ਜਿਣ ਦਾ ਜਿੱਤ ਜਾਣਾ, ਉਹ ਬਾਜ਼ੀ ਜਿੱਤ ਗਏ। ਉਹ ਜੀਵਨ ਦੀ ਬਾਜ਼ੀ ਜਿੱਤ ਗਏ ਜਿਹੜੇ ਤੇਰਾ ਨਾਮ ਜਪ ਕੇ ਤੇਰੇ ਨਾਮ ਨਾਲ ਰੰਗੇ ਗਏ। ਹਾਰ ਗਏ ਸੇ ਠੱਗਣ ਵਾਲਿਆ, ਅਤੇ ਜਿਹੜੇ ਲੋਕਾਂ ਨੂੰ ਸਾਰੀ ਉਮਰ ਠੱਗਦੇ ਰਹੇ ਨਾ, ਉਹ ਜੀਵਨ ਬਾਜ਼ੀ ਹਾਰ ਗਏ। ਲਿਖ ਨਾਮੈ ਧਰਮ ਬਹਾਲਿਆ। ਪਰਮਾਤਮਾ ਨੇ ਧਰਮਰਾਜ ਨੂੰ ਬਿਠਾਇਆ ਹੀ ਇਸ ਲਈ ਕਿ ਇਹਨਾਂ ਦੇ ਕਰਮਾਂ ਨੂੰ ਲਿਖੀ ਚੱਲ। ਸਾਡੇ ਕਰਮ ਧਰਮਰਾਜ ਲਿਖ ਰਿਹਾ ਹੈ। ਮਰਨ ਤੋਂ ਬਾਅਦ ਜਦੋਂ ਅਸੀਂ ਉੱਥੇ ਜਾਵਾਂਗੇ ਫਿਰ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਜਿਹੜਾ ਸਜ਼ਾਵਾਂ ਜਾਂ ਇਨਾਮ ਜੋ ਕੁਛ ਵੀ ਹੈ ਉਹ ਮਿਲੇਗਾ। ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਨੇ ਸ਼ੁਭ ਕਰਮ ਕਰਨੇ। 4 ਕਰਮ ਮੈਂ ਆਪ ਜੀ ਨੂੰ ਕੱਲ੍ਹ ਵੀ ਕਿਹਾ ਸੀ। 4 ਕਰਮ ਕਰੋ, ਫਿਰ ਤੁਹਾਨੂੰ ਕੋਈ ਜ਼ਿੰਦਗੀ ਚਿੰਤਾ ਕਰਨ ਦੀ ਲੋੜ ਨਹੀਂ। 10 ਨੌਂ ਦੀ ਕਿਰਤ ਕਰੋ। ਜੇ ਤੁਸੀਂ 10 ਨੌਂ ਦੀ ਕਿਰਤ ਨਾ ਕੀਤੀ, ਕਦੇ ਵੀ ਤੁਸੀਂ ਫੜੇ ਜਾ ਸਕਦੇ ਹੋ। ਫਿਰ ਬੇਇੱਜ਼ਤੀ ਹੋਵੇਗੀ, ਕੁਟਾਪਾ ਹੋਵੇਗਾ, ਪੁਲਿਸ ਵਾਲੇ ਪੈਸੇ ਵੀ ਲੈਣਗੇ, ਵਕੀਲ ਵੀ ਲੈਣਗੇ ਅਤੇ ਜੇਲ੍ਹ ਵੀ ਹੋ ਸਕਦੀ ਹੈ। 10 ਨੌਂ ਦੀ ਕਿਰਤ ਕਰਨੀ ਹੈ। ਨੰਬਰ 2, ਨਾ ਨਸ਼ਾ ਕਰਨਾ, ਨਾ ਵੇਚਣਾ। ਨੰਬਰ 3, ਆਪਣਾ ਚਾਲ ਚੱਲਣ ਉੱਚਾ ਰੱਖਣਾ। ਨੰਬਰ 4, ਮਿੱਠਾ ਬੋਲਣਾ। ਇਹ 4 ਗੱਲਾਂ 'ਤੇ ਪਹਿਰਾ ਦਿਓ। ਫਿਰ ਧਰਮਰਾਜ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਨਾਲ ਨਾਮ ਜਪੋ। ਜੇ ਨਾਮ ਨਹੀਂ ਨਾ ਜਪਿਆ ਤਾਂ ਵੀ ਕੁੱਟ ਪਏਗੀ, ਭਾਵੇਂ 4 ਗੱਲਾਂ 'ਤੇ ਤੁਸੀਂ ਪਹਿਰਾ ਦੇ ਦਿਓ, ਇੱਥੇ ਤਾਂ ਕੁੱਟ ਨਹੀਂ ਪਏਗੀ ਕਿਉਂਕਿ ਤੁਸੀਂ ਠੀਕ ਕੰਮ ਕਰ ਰਹੇ ਹੋ। ਪਰ ਪਰਮਾਤਮਾ ਨੇ ਧਰਮਰਾਜ ਨੂੰ ਕਿਹਾ ਜਿਹਨੇ ਮੇਰਾ ਨਾਮ ਨਹੀਂ ਨਾ ਜਪਿਆ ਉਹਦੀ ਵੀ ਛਿੱਲ ਲਾਉਣੀ ਹੈ, ਉਹਦੀ ਵੀ ਧੌਣੀ ਲਾਉਣੀ ਉਸ 'ਤੇ ਵੀ। ਉੱਥੇ ਕਟਾਪਾ ਹੁੰਦਾ ਵੀ ਤੈਨੂੰ ਨਾਮ ਜਪਣ ਨੂੰ ਭੇਜਿਆ ਸੀ, ਤੂੰ ਨਾਮ ਕਿਉਂ ਨਹੀਂ ਜਪਿਆ? ਉਹ ਇਹ ਫਿਰ ਸਿਰ ਖੁਰਕਦਾ। ਉਹਨਾਂ ਕੋਲ ਡੰਡਾ ਹੁੰਦਾ, ਜਮ ਕਾ ਡੰਡ ਮੂੰਡ ਪਰ ਲੱਗ ਗਿਆ। ਮੂੰਡ ਸਿਰ ਨੂੰ ਕਹਿੰਦੇ ਨੇ। ਉਹ ਸਿਰ 'ਤੇ ਡੰਡੇ ਮਾਰਦੇ ਨੇ, ਲੱਤਾਂ ਲੁੱਤਾਂ 'ਤੇ ਨਹੀਂ ਮਾਰਦੇ। ਇੱਥੇ ਤਾਂ ਪੁਲਿਸ ਥੋੜ੍ਹਾ ਖਿਆਲ ਰੱਖਦੀ, ਲੱਤ ਬਾਂਹ ਨਾ ਟੁੱਟ ਜੇ, ਸਿਰ 'ਚ ਨਾ ਕਿਤੇ ਡੰਡਾ ਵਜੇ, ਮਰ ਗਿਆ ਸਿਆਪਾ ਖੜਾ ਹੋ ਜਾਏਗਾ। ਕੁੱਟਣ ਲੱਗੇ ਥੋੜ੍ਹਾ ਖਿਆਲ ਰੱਖਦੇ ਨੇ। ਪਿੱਠ 'ਤੇ ਮਾਰਦੇ ਨੇ, ਲੱਕ 'ਤੇ ਮਾਰਦੇ ਨੇ, ਲੱਤਾਂ 'ਤੇ ਮਾਰਦੇ ਨੇ। ਸਾਹਮਣੇ ਹੋ ਕੇ ਗੋਡੇ 'ਤੇ ਨਹੀਂ ਮਾਰਦੇ ਵੀ ਗੋਡਾ ਟੁੱਟ ਜੂਗਾ, ਨਾ ਮੂੰਹ ਨੱਕ 'ਤੇ ਮਾਰਦੇ ਨੇ ਵੀ ਸਿਆਪਾ ਖੜਾ ਹੋ ਜਾਏਗਾ। ਪਰ ਉਹ ਮਾਰਦੇ ਸਿਰ 'ਤੇ ਨੇ। ਸਿਰ 'ਤੇ ਡੰਡੇ ਮਾਰਦੇ, ਸੱਟ ਜ਼ਿਆਦਾ ਵੱਜਦੀ ਹੈ। ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ 4 ਗੱਲਾਂ 'ਤੇ ਪਹਿਰਾ ਦਈਏ। 10 ਨੌਂ ਦੀ ਕਿਰਤ ਕਰੀਏ। 1, ਨਾ ਨਸ਼ਾ ਕਰੀਏ, ਨਾ ਵੇਚੀਏ। ਨੰਬਰ 3, ਆਪਣਾ ਚਾਲ ਚਲਣ ਉੱਚਾ ਰੱਖੀਏ। ਨੰਬਰ 4, ਮਿੱਠਾ ਬੋਲੀਏ ਅਤੇ ਬਾਣੀ ਪੜ੍ਹੀਏ ਅਤੇ ਨਾਮ ਜਪੀਏ ਅਤੇ ਮੌਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।